ਕੱਪੜਿਆਂ ਦੀ ਤੇ ਸ਼ਾਪਿੰਗ ਹੋ ਗਈ ਲਾਜਵਾਬ, ਪਰ ਜੁਐਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ, ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ-ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ। ਇਹਨਾਂ ਦੇ ਸ਼ੋਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜਿਊਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੋਰਟ ਐਵੇਨਿਊ, ਸਾਊਥ ਈਸਟ, ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। USA ਦੀ one of the biggest car dealership ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ, SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ, ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫ਼ਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਤੇ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਇਹ ਕੀ ਗੱਲ ਹੈ ਜੀ, ਕਿੱਥੋਂ ਗੱਲ ਸਾਹਮਣੇ ਆਈ? ਕੀ ਰੱਬ ਦਾ ਭਾਣਾ ਜਾਂ ਕਪੜੇ ਵੱਜ ਜਾਂਦਾ? ਅਸਲ ਦੇ ਵਿੱਚ ਇਹ ਹੈ ਕਿ ਗੁਜਰਾਤ 'ਚ ਇੱਕ ਮੋਰਬੀ ਪੁਲ ਹਾਦਸਾ ਹੋਇਆ। ਹਾਂਜੀ, ਵੱਖ-ਵੱਖ ਉਹਦੇ ਬਾਰੇ ਖਬਰਾਂ ਆ ਰਹੀਆਂ। ਕੋਈ 130-31 ਬੰਦੇ ਦੱਸ ਰਿਹਾ ਤੇ ਕੁਛ 141 ਦੱਸ ਰਿਹਾ। ਹਾਂਜੀ, 141-42 ਜੋ ਵੀ ਹੋਵੇ, ਚਲੋ ਬਹੁਤ ਵੱਡਾ ਜਾਨੀ ਨੁਕਸਾਨ ਹੋਇਆ। ਹਾਂਜੀ, ਔਰ ਇਸ ਨੁਕਸਾਨ ਦਾ ਕਾਰਨ ਇਹ ਹੈ ਕਿ ਇਹ ਪੁਲ ਜਿਹਦੇ ਰੱਖ ਰਖਾਅ ਵਾਸਤੇ ਜਿਸ ਕੰਪਨੀ ਨੂੰ ਦਿੱਤਾ ਸੀ ਜੀ, ਉਸ ਕੰਪਨੀ ਦਾ ਨਾਮ ਉਬੈਰਾ ਹੈ। ਉਬੈਰਾ, ਹਾਂ। ਔਰ ਉਹ ਕੰਪਨੀ ਸ਼ੁਰੂ ਦੇ ਵਿੱਚ ਘੜੀਆਂ ਬਣਾਉਂਦੀ ਹੁੰਦੀ ਸੀ। ਅੱਛਾ ਜੀ। ਜੇ ਅੱਜ ਵੀ ਆਪਾਂ ਦੇਖੀਏ, ਜਾਂ ਛੋਟੇ ਹੁੰਦੇ ਆਪਾਂ ਦੇਖਦੇ ਹੁੰਦੇ ਸੀ, ਬੜੀ ਪਾਪੂਲਰ ਘੜੀ ਆਉਂਦੀ ਹੁੰਦੀ ਸੀਗੀ ਅਜੰਤਾ ਆਉਂਦੀ ਸੀ। ਅਜੰਤਾ ਘੜੀ, ਕਲਾਕ ਤਾਂ ਹੁਣ ਵੀ ਆਉਂਦੇ ਆ। ਹਾਂ, ਅਜੰਤਾ ਘੜੀਆਂ ਬਣਾਉਂਦੇ ਹੁੰਦੇ ਸੀ ਔਰ ਉਹਦੇ ਵਿੱਚ ਉਹਨਾਂ ਨੇ ਆਪਣਾ ਚੰਗਾ ਨਾਂ ਕਮਾਇਆ ਸੀ। ਘੜੀਆਂ ਦੇ ਨਾਲ ਫਿਰ ਉਹਨਾਂ ਨੇ ਕੁਛ ਹੋਰ ਕੰਮ ਵੀ ਸ਼ੁਰੂ ਕਰਤੇ ਜੀ। ਕੈਲਕੂਲੇਟਰ ਬਣਾਉਣੇ ਸ਼ੁਰੂ ਕਰਤੇ, ਇਸ ਕਿਸਮ ਦੇ ਨਿੱਕੇ ਮੋਟੇ ਕੰਮ ਹੋਰ ਸ਼ੁਰੂ ਕਰਤੇ। ਉਸ ਕੰਪਨੀ ਦੀ ਜਿਹੜੀ ਹੈਗੀ ਹੈ ਬੜੀ ਅਪਰੋਚ ਹੈ ਗੁਜਰਾਤ ਦੀ ਸਰਕਾਰ 'ਚ ਜੀ। ਜੋ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਗੁਜਰਾਤ ਦੇ ਜਿਹੜੇ ਹਾਈ ਅਫਸਰ ਹੈ
ਜੀ ਉਹਨਾਂ ਦੇ ਨਾਲ ਸਿੱਧੀਆਂ ਰਿਸ਼ਤੇਦਾਰੀਆਂ ਜੀ। ਹੋਇਆ ਕੀ ਕਿ ਜਿਹੜਾ ਇਹ ਪੁਲ ਹੈ ਇਹਨੂੰ ਸਸਪੈਂਸ਼ਨ ਪੁਲ ਵੀ ਕਹਿ ਦਿੰਦੇ ਜਾਂ ਝੂਲਾ ਪੁਲ। ਹਾਂ, ਝੂਲਾ ਪੁਲ ਕਹਿੰਦੇ ਦੇਸੀ ਸ਼ਬਦਾਂ 'ਚ। ਦੇਸੀ ਸ਼ਬਦਾਂ 'ਚ ਜਿਵੇਂ ਲక్ష్మణ ਝੂਲਾ ਬਣਿਆ ਹੋਇਆ ਝੂਲਾ ਹੈ। ਇਹ ਝੂਲਾ ਪੁਲ ਜਿਹੜਾ ਹੈਗਾ ਬਹੁਤ ਪੁਰਾਣਾ ਅੰਗਰੇਜ਼ ਹਕੂਮਤ ਵੇਲੇ ਦਾ ਬਣਿਆ ਹੋਇਆ ਜੀ। ਮੱਛਲੀ ਕੇ ਮੱਛੂਆ ਮੱਛੂ ਕੁਛ ਇਹੋ ਜਿਹਾ ਉਹ ਨਦੀ ਹੈ ਜਿਹਦੇ ਤੇ ਬਣਿਆ ਹੋਇਆ ਹੈ। 4 ਫੁੱਟ ਇਹ ਚੌੜਾ ਹੈ ਜੀ, ਲੰਬਾ ਕਾਫੀ ਹੈ ਔਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਬੰਦ ਪਿਆ ਸੀ। ਇਸ ਕੰਪਨੀ ਨੇ ਇਹਨੂੰ ਚਲਾਉਣ ਦਾ ਕੰਟਰੈਕਟ ਲੈ ਲਿਆ ਜੀ। ਦੇਣਾ ਕੁਛ ਨਹੀਂ, ਸਿਰਫ ਇਹੀ ਸੀ ਕਿ ਰੱਖ ਰਖਾਓ ਤੁਸੀਂ ਕਰਨਾ ਹੈ, ਰਿਪੇਅਰ ਤੁਸੀਂ ਕਰਵਾ ਲਓ ਜੀ। ਰਿਪੇਅਰ ਕਰਵਾ ਕੇ ਤੇ ਇਹਨੂੰ ਚਾਲੂ ਕਰ ਲਓ ਤੇ ਜਿਹੜੀ ਕਮਾਈ ਹੈ ਕਮਾਈ ਤੁਹਾਡੀ ਹੋਊਗੀ ਪੁਲ ਤੋਂ ਵੀ ਜਿਹੜੀ ਜੋ ਬੰਦਿਆਂ ਦੀ ਟਿਕਟ ਲੈਣੀ ਹੈ, ਜਿੰਨੀ ਵੀ ਕਮਾਈ ਹੋਊਗੀ ਤੁਹਾਡੀ ਹੋਊਗੀ। ਇਹਦੇ ਵਾਸਤੇ ਦੱਸਦੇ ਕਿ 12 ਰੁਪਏ ਇੱਕ ਵਿਅਕਤੀ ਦਾ ਰੱਖਦਾ ਕਿ ਇੱਕ ਵਿਅਕਤੀ ਜਿਹੜਾ ਉਸ ਝੂਲੇ ਤੇ ਜਾਊਗਾ 12 ਰੁਪਏ ਪੁਲ ਤੇ ਉਹ 12 ਰੁਪਏ ਦੇਊਗਾ। ਔਰ ਜਿਹੜੇ ਟੈਕਨੀਕਲ ਮਾਹਰ ਆ ਉਹ ਕਹਿੰਦੇ ਵੀ ਜਦੋਂ ਇਹੋ ਜਿਹੇ ਝੂਲਿਆਂ ਦੀ ਜਾਂ ਇਹੋ ਜਿਹੀਆਂ ਜਿਹੜੇ ਮਤਲਬ ਆਪਾਂ ਕਹਿ ਦਈਏ ਪ੍ਰੋਜੈਕਟ ਇਹਨਾਂ ਦੀ ਰਿਪੇਅਰ ਵਗੈਰਾ ਹੁੰਦੀ ਹੈ ਤਾਂ ਘੱਟੋ ਘੱਟ 1 ਸਾਲ ਉਹਨੂੰ ਰੱਖਣਾ ਹੁੰਦਾ ਹੈ ਪਕਿਆਈ ਵਾਸਤੇ, ਕਿਉਂਕਿ ਸੀਮੈਂਟ ਵਗੈਰਾ ਲੱਗਿਆ ਹੁੰਦਾ ਕਿ ਇਹਨੂੰ ਪੱਕ ਲੈਣ ਦਿਓ। ਜੇ ਮਲਕੀਅਤ ਦੇਖੀ ਆਪਾਂ ਤਾਂ ਮਲਕੀਅਤ ਹੈਗੀ ਇਹ ਉੱਥੋਂ ਦੀ ਨਗਰ ਕੌਂਸਲ ਦੀ। ਅੱਛਾ ਜੀ। ਜਾਂ ਨਗਰ ਨਿਗਮ ਜੋ ਵੀ ਹੈ ਉੱਥੇ। ਹੋਇਆ ਕੀ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਇਹਦਾ ਬਕਾਇਦਾ ਉਦਘਾਟਨ ਕਰਤਾ ਤੇ ਚਾਲੂ ਕਰਤਾ। ਅੱਛਾ। ਇੰਟਰਸਟਿੰਗ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜਾ ਹੈਗਾ ਕਿਸੇ ਕਿਸਮ ਦਾ NOC ਹਾਸਲ ਨਹੀਂ ਕੀਤਾ ਕਾਰਪੋਰੇਸ਼ਨ ਤੋਂ। ਕਾਰਪੋਰੇਸ਼ਨ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਜੀ ਕਿ ਇਹ ਚੱਲਣ ਦੇ ਕਾਬਲ ਹੈ ਜਾਂ ਨਹੀਂ ਹੈ। ਜਿਹੜੀ ਭਾਰ ਚੱਲੂ ਕਿ ਨਾ ਚੱਲੂ, ਤਕਨੀਕੀ ਮਾਰ ਹੁੰਦੀ ਹੈ, ਜਦੋਂ ਤਕਨੀਕੀ ਮਾਰ NOC ਦੇਣ ਕਿ ਨੋ ਆਬਜੈਕਸ਼ਨ ਤੁਸੀਂ ਇਹ ਕਰ ਲਓ, ਉਦੋਂ ਕਰਨਾ ਹੁੰਦਾ ਹੈ ਜੀ। ਲੇਕਿਨ ਉਹਨਾਂ ਨੇ ਕਿਸੇ ਦੀ ਬਾਤ ਹੀ ਨਹੀਂ ਪੁੱਛੀ। ਜਦੋਂ ਉਹਨਾਂ ਨੇ ਉਹਨੂੰ ਸ਼ੁਰੂ ਕਰ ਲਿਆ, ਪਿਛਲੇ ਕਈ ਦਿਨਾਂ ਤੋਂ ਸ਼ੁਰੂ ਹੋਇਆ ਸੀ, ਉਹ ਜਦੋਂ ਸ਼ੁਰੂ ਕਰ ਲਿਆ ਤੇ ਕਾਰਪੋਰੇਸ਼ਨ ਦਾ ਕੋਈ ਅਧਿਕਾਰੀ ਨਹੀਂ ਬੋਲਿਆ। ਅੱਛਾ ਜੀ। ਪੁਲਿਸ ਦੇ ਕਿਸੇ ਅਧਿਕਾਰੀ ਨੇ ਚੂੰ ਨਹੀਂ ਕੀਤੀ। ਜ਼ਿਲ੍ਹੇ ਦਾ ਜਿਹੜਾ ਸਭ ਤੋਂ ਵੱਡਾ ਅਫਸਰ ਹੁੰਦਾ ਹੈ, ਡਿਸਟ੍ਰਿਕਟ ਮੈਜਿਸਟ੍ਰੇਟ ਜਾਂ ਡਿਪਟੀ ਕਮਿਸ਼ਨਰ DC ਜੋ ਵੀ ਕਹਿ ਦਈਏ, ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹਨੇ ਸਾਰਾ ਕੁਝ ਦੇਖਣਾ ਹੈ। ਉਹਨੇ ਵੀ ਅੱਖਾਂ ਮੀਟ ਲਈਆਂ। ਕਾਰਨ ਕੀ ਸੀ? ਕਾਰਨ ਇਹ ਸੀ ਕਿਉਂਕਿ ਉੱਪਰਲੇ ਪਾਸੇ ਉਹਨਾਂ ਦੀ ਰਸਾਈ ਸੀ, ਉਹਨਾਂ ਦੀ ਪਿੱਛ-ਕੁਛ ਸੀ। ਅਗਲੇ ਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਆਪਾਂ ਕੋਈ 3-5 ਕਰਾਂਗੇ ਤਾਂ ਗੱਲ ਫਿਰ ਆਪਣੇ ਉਲਟ ਪਊਗੀ। ਇਹਦਾ ਮਤਲਬ ਬਿਹਤਰ ਇਹ ਹੈ ਕਿ ਦੜ ਬੱਟ ਜਮਾਨਾ ਕੱਟ ਭਲੇ ਦਿਨ ਆ ਬਣ ਗਈ। ਇਹ ਗੱਲ ਕਰਕੇ ਉੱਥੇ ਬੈਠੇ ਰਹੇ। ਹੁਣ ਹੋਇਆ ਕੀ ਕਿ ਦੀਵਾਲੀ ਦੇ ਦਿਨ ਜੀ ਆ ਗਏ ਸੀ, ਕਮਾਈ ਹੁਣ ਬਹੁਤ ਹੋਣੀ ਸੀ। ਉਹਨਾਂ ਨੇ ਜੀ ਮਤਲਬ ਇਹਨੂੰ ਅਲਾਉ ਕਰਤਾ ਵੀ ਚਲੋ ਤੁਸੀਂ ਜਾਓ। ਅੱਛਾ। 12 ਰੁਪਈਆਂ ਤੋਂ ਵਧਾ ਕੇ ਕੰਮ ਕਰਤਾ 17 ਰੁਪਈਆ। ਅੱਛਾ ਜੀ। 17 ਰੁਪਈਏ ਲੈਣੇ ਆ ਜੀ ਹਰੇਕ ਤੋਂ, ਛੋਟੇ ਤੋਂ ਵੀ ਵੱਡੇ ਤੋਂ। ਔਰ ਕਪੈਸਿਟੀ ਜਿਹੜੀ ਹੈਗੀ ਇੱਕੋ ਟਾਈਮ ਦੇ ਉੱਤੇ ਉੱਥੇ ਸਿਰਫ 100 ਬੰਦਾ ਚੜ ਸਕਦਾ ਸੀ। ਅੱਛਾ ਜੀ। ਇਜਾਜ਼ਤ ਦਿੱਤੀ 500 ਬੰਦੇ ਨੂੰ ਵੀ ਲੰਘ ਜੋ ਕਿ ਬਸ ਉੱਤੇ ਜਾ ਕੇ ਖੜਨਾ ਹੀ ਹੈ। ਜੋ ਝੂਲਾ ਹੱਲੀ ਜਾਣਾ ਉੱਤੇ ਨਜ਼ਾਰਾ ਲਈ ਚੱਲੋ। ਹਾਂ, ਉਹ ਨਜ਼ਾਰਾ ਲੈਣਾ। ਜਾਂ ਕਈ ਜਿਹੜੇ ਮਸਤੇ ਮੁੰਡੇ ਉਹ ਬਾਲੇ ਚਾਂਬੜੇ ਉਹ ਉੱਤੇ ਥਬੂਕੇ ਮਾਰਨ ਲੱਗ ਜਾਂਦੇ, ਹੱਲਣ ਚੱਲਣ ਲੱਗ ਜਾਂਦੇ ਹੈ। ਨਤੀਜਾ ਇਹ ਹੋਇਆ ਕਿ ਉਹ ਟੁੱਟ ਗਿਆ ਜੀ। ਜਦੋਂ ਟੁੱਟ ਗਿਆ ਤੇ ਟੁੱਟਣ ਤੋਂ ਬਾਅਦ ਹਾਹਾਕਾਰ ਮਚ ਗਈ। ਖਬਰਾਂ ਫਲੈਸ਼ ਹੋ ਗਈਆਂ। ਤੁਸੀਂ ਇਹ ਦੇਖੋ ਵੀ NDRF ਲੋਕਲ ਜਿਹੜੀਆਂ ਹੈ ਉਹ ਸੀ ਤੇ ਸੈਨਾ ਦੇ 3 ਅੰਗ। ਅੱਛਾ ਜੀ। ਫੌਜ ਦੇ 3 ਅੰਗ ਵੀ ਐਕਟਿਵ ਹੋਵੇ ਵੀ ਇਹਨੂੰ ਬਚਾਈਏ। ਇੱਥੇ ਹੁਣ ਕਈ ਗੱਲਾਂ ਉੱਭਰ ਕੇ ਵੀ ਆ ਰਹੀਆਂ ਵੀ ਇਹਨੂੰ ਚਾਲੂ ਕਿਉਂ ਕੀਤਾ ਜੀ। ਕੀ ਇਹ ਇਕੱਲੀ ਪੈਸੇ ਦੀ ਕਮਾਈ ਵਾਲੀ ਗੱਲ ਸੀ ਜਾਂ ਕੋਈ ਹੋਰ ਵੀ ਸੀ? ਜਦੋਂ ਇਹਨੂੰ ਚਾਲੂ ਕੀਤਾ ਗਿਆ ਦਾ ਉਦਘਾਟਨ ਕੀਤਾ ਗਿਆ, ਸਥਾਨਕ ਪ੍ਰਸ਼ਾਸਨ ਨੇ ਨਜ਼ਰਅੰਦਾਜ਼ ਉਹਨੂੰ ਕਿਉਂ ਕੀਤਾ? ਸਥਾਨਕ ਪ੍ਰਸ਼ਾਸਨ ਨੂੰ ਨਾਲ ਕਿਉਂ ਨਹੀਂ ਲਿਆ ਗਿਆ ਜੀ? ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਸ਼ਾਇਦ ਇਹਨੂੰ ਚਾਲੂ ਕਰਨ ਦਾ ਕਿਉਂਕਿ ਧਾਰਮਿਕ ਪੱਖੋਂ ਵੀ ਤੁਹਾਨੂੰ ਪਤਾ ਉੱਥੇ ਉਹਦੀ ਮਹੱਤਤਾ ਹੋਊਗੀ ਨਦੀ ਦੀ। ਉਹ ਕਹਿੰਦੇ ਵੀ ਅਸਲ ਦੇ ਵਿੱਚ ਇਹ ਕਿਉਂਕਿ ਅੱਗੇ ਇਲੈਕਸ਼ਨ ਆ ਗਈ, ਹੁਣ ਕਿਸੇ ਵੇਲੇ ਵੀ ਅਗਲੇ 2-4-5 ਦਿਨਾਂ ਦੇ ਵਿੱਚ ਉੱਥੇ ਚੋਣਾਂ ਦਾ ਐਲਾਨ ਹੋ ਸਕਦਾ। ਹੁਣ ਇਹੋ ਜਿਹੇ ਪ੍ਰੋਜੈਕਟ ਹੈਗੇ ਫਿਰ ਉਹ ਦਵਾ-ਦਵ ਕਰਵਾ ਦਿੰਦੇ ਆ, ਸਾਰਾ ਕੁਝ ਕਰਵਾ ਲੈਂਦੇ। ਲਓ ਜੀ, ਹੋ ਗਿਆ ਭਾਣਾ ਵਰਤ ਗਿਆ। ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋ ਗਿਆ ਜੀ। ਸਾਨੂੰ ਸਭ ਨੂੰ ਹਮਦਰਦੀ ਹੈ ਉਹਨਾਂ ਲੋਕਾਂ ਦੇ ਨਾਲ। ਪਰ ਉਹ ਤੋਂ ਅੱਗੇ ਕੀ ਹੋਇਆ? ਪ੍ਰਧਾਨ ਮੰਤਰੀ ਸਾਹਿਬ ਗੁਜਰਾਤ ਦੇ ਵਿੱਚ ਹੈ। ਅੱਛਾ ਜੀ। ਗੁਜਰਾਤ ਦੇ ਵਿੱਚ ਉਹ ਕੰਪੇਨ ਵੀ ਕਰ ਰਹੇ, ਇਲੈਕਸ਼ਨ ਕੰਪੇਨ ਕਰ ਰਹੇ ਤੇ ਕੰਪੇਨ ਦਾ ਤੌਰ ਤਰੀਕਾ ਸਿੱਧਾ ਇਲੈਕਸ਼ਨ ਦਾ ਨਹੀਂ ਕਹਿੰਦੇ, ਡਿਵੈਲਪਮੈਂਟ ਦੇ ਕੰਮਾਂ ਦੀ ਗੱਲ ਕਰਦੇ ਜੀ। ਉਹ ਡਿਵੈਲਪਮੈਂਟਾਂ ਦੇ ਕੰਮਾਂ ਦੇ ਵਿੱਚ ਫਿਰਦੇ। ਕੱਲ ਜਦੋਂ ਇਹ ਭਾਣਾ ਵਾਪਰਿਆ ਉਹ ਨਾਲ ਦੀ ਨਾਲ ਇਮੀਡੀਏਟ ਉੱਥੇ ਨਹੀਂ ਆਏ। ਪਰਸੋਂ ਸ਼ਾਮ ਦੀ ਇਹ ਘਟਨਾ ਵਾਪਰੀ ਹੈ।
ਫਿਰ ਪਤਾ ਲੱਗਿਆ ਵੀ ਅੱਜ ਪ੍ਰਧਾਨ ਮੰਤਰੀ ਸਾਹਿਬ ਉੱਥੇ ਗਏ ਹੈ ਜੀ ਤੇ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਇੱਕ ਭਾਸ਼ਣ ਕੀਤਾ ਸੀ। ਉਹ ਕਹਿੰਦੇ ਵੀ ਮੈਂ ਬਹੁਤ ਦੁਖੀ ਹਾਂ, ਅੱਜ ਜੋ ਘਟਨਾ ਵਾਪਰੀ ਹੈ ਨਾ ਇਹ ਬੜੀ ਪੀੜਾਦਾਇਕ ਹੈ, ਬਰਦਾਸ਼ਤ ਨਹੀਂ ਹੋ ਰਹੀ। ਤੇ ਪ੍ਰਧਾਨ ਮੰਤਰੀ ਸਾਹਿਬ, ਤੁਹਾਨੂੰ ਪਤਾ ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਹੈਗੇ ਉਹਨਾਂ ਨੂੰ ਅੱਜ ਇੱਕ ਬਹੁਤ ਸੀਨੀਅਰ ਜਰਨਲਿਸਟ ਨੇ ਟਿੱਪਣੀ ਕੀਤੀ ਹੈ ਜੀ ਕਿ ਪ੍ਰਧਾਨ ਮੰਤਰੀ ਨੇਤਾ ਨਹੀਂ, ਇਹ ਅਭਿਨੇਤਾ ਵੀ ਹੈ। ਅਭਿਨੇਤਾ ਵੀ ਹੈ। ਹਾਂ, ਇਹਨਾਂ ਨੂੰ ਐਕਟਿੰਗ ਜਿਹੜੀ ਹੈਗੀ ਉਹ ਕਰਨੀ ਆਉਂਦੀ ਹੈ। ਤੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਬੋਲੇ ਜੀ ਉਹਨਾਂ ਦਾ ਗਲ ਭਰ ਆਇਆ, ਬੋਲ ਨਹੀਂ ਸਕੇ ਕੁਝ ਸੈਕਿੰਡ, ਅੱਖਾਂ ਉਹਨਾਂ ਦੀਆਂ ਨਮ ਹੋ ਗਈਆਂ। ਕਹਿੰਦੇ ਮੈਂ ਸੋਚ ਰਿਹਾ ਸੀ ਮੈਂ ਕੀ ਕਰਾਂ, ਮੈਂ ਆ ਜਿਹੜੇ ਅੱਗੇ ਪ੍ਰੋਜੈਕਟ ਦੇ ਨੀਂਹ ਪੱਥਰ ਰੱਖਣੇ ਆ ਜਾਂ ਜਿਹੜੇ ਉਦਘਾਟਨ ਕਰਨੇ ਡਿਵੈਲਪਮੈਂਟ ਤੇ ਕਰਾਂ ਜਾਂ ਨਾ ਕਰਾਂ। ਫਿਰ ਕਹਿੰਦੇ ਹਿੰਮਤ ਇਕੱਠੀ ਕੀਤੀ, ਹਿੰਮਤ ਇਕੱਠੀ ਕਰਨ ਤੋਂ ਕਿ ਕੰਮ ਤਾਂ ਭਾਈ ਆਪਾਂ ਆਪਦਾ ਰੋਜ਼ ਕਰਨਾ ਹੀ ਹੈ ਜੀ, ਆਪਾਂ ਰੋਜ਼ ਆਪਦਾ ਕੰਮ ਕਰਨ ਵਾਸਤੇ ਇਸ ਪਾਸੇ ਨੂੰ ਤੁਰ ਪਿਆ ਤੇ ਹੁਣ ਮੈਂ ਕੰਮ ਕਰ ਰਿਹਾ, ਜਾਊਂਗਾ ਉੱਥੇ ਵੀ। 2-2 ਲੱਖ ਰੁਪਈਆ ਦੇਤਾ ਜੀ ਸਾਰੇ ਮ੍ਰਿਤਕਾਂ ਨੂੰ। ਅੱਛਾ, ਜ਼ਖਮੀ ਹੈ ਜਿਹੜੇ ਉਹਨਾਂ ਨੂੰ 50-50 ਹਜ਼ਾਰ ਰੁਪਇਆ ਦਿੱਤਾ ਹੈ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਦੇ ਵਿੱਚੋਂ। ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਉੱਥੇ ਆਉਣਾ ਸੀ ਜੀ। ਤੇ ਫਿਰ ਅਗਲੀ ਗੱਲ ਦੇਖੋ ਕਿ ਸਾਰੇ ਮ੍ਰਿਤਕ ਜਿਹੜੇ ਹੈਗੇ ਆ ਸਭ ਦੀਆਂ ਡੈੱਡ ਬੋਡੀ ਜੋ ਉਸ ਹਸਪੀਟਲ 'ਚ ਪਹੁੰਚ ਗਈਆਂ। ਹੁਣ ਪ੍ਰਧਾਨ ਮੰਤਰੀ ਸਾਹਿਬ ਆਉਣ ਤੇ ਹਸਪੀਟਲ ਪੁਰਾਣਾ ਉਹਦੀ ਫਿਰ ਰਾਤ ਰੰਗ ਰੋਗਨ ਕੀਤਾ, ਕਲੀ ਕੀਤੀ ਗਈ, ਰੰਗ ਰੋਗਨ ਕੀਤਾ ਗਿਆ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਭੈੜਾ ਨਾ ਲੱਗੇ। ਬੰਦਿਆਂ ਦੀਆਂ ਲਾਸ਼ਾਂ ਪਈਆਂ, ਪ੍ਰਾਈਮ ਮਿਨਿਸਟਰ ਨੇ ਆਉਣਾ ਹੈ, ਇਹ ਸਮਝ ਨਹੀਂ ਆਉਂਦੀ ਕਿ ਗੱਲ ਕਿਹੜੇ ਪਾਸੇ ਨਹੀਂ ਜਾਂਦੀ। ਹੁਣ ਸਵਾਲ ਹੈ ਵੀ ਇਹ ਰੱਬ ਦਾ ਭਾਣਾ ਹੈ ਕਿ ਕੀ ਹੈ, ਜਿੱਥੋਂ ਆਪਣੀ ਤੁਸੀਂ ਗੱਲ ਛੇੜੀ ਹੈ, ਇਹ ਕਿਉਂ ਗੱਲ ਆਉਂਦੀ ਹੈ? ਇਹਦਾ ਕਾਰਨ ਦਾ ਨਹੀਂ ਸਭ ਇਹ ਹੈ ਕਿ ਅੱਜ ਤੋਂ 6 ਸਾਲ ਪਹਿਲਾਂ ਇਹੋ ਹੀ ਕੁਛ ਜਿਹੜਾ ਹੈਗਾ ਉਹ ਹੋਇਆ ਸੀ ਬੰਗਾਲ ਦੇ ਵਿੱਚ ਜੀ। ਬੰਗਾਲ ਦੇ ਵਿੱਚ ਕੀ ਹੋਇਆ ਸੀ? ਬੰਗਾਲ ਦੇ ਵਿੱਚ ਇਹ ਹੋਇਆ ਸੀ 27 ਮਾਰਚ ਜੀ 2016 31 ਮਾਰਚ 2016 ਦੀ ਗੱਲ ਹੈ। ਉੱਥੇ ਜਿਹੜਾ ਹੈਗਾ ਇੱਕ ਪੁਲ ਸੀ ਵਿਵੇਕਾਨੰਦ ਰੋਡ ਦੇ ਉੱਤੇ ਬਣਿਆ ਹੋਇਆ ਫਲਾਈਓਵਰ ਬਣਿਆ ਸੀ ਜਿਹੜਾ ਸਾਰਾ ਡਿੱਗ ਪਿਆ ਸੀ ਤੇ ਉਹਦੇ ਵਿੱਚ 27 ਲੋਕ ਮਰ ਗਏ ਸੀ। ਉੱਥੋਂ ਦੀ ਮੁੱਖ ਮੰਤਰੀ ਉਦੋਂ ਵੀ ਮਮਤਾ ਬੈਨਰਜੀ ਸੀ, ਚੋਣਾਂ ਅੱਗੇ ਸੀ। ਹੁਣ ਵੀ ਉਦੋਂ ਵੀ ਮੁੱਖ ਮੰਤਰੀ ਦੁਬਾਰਾ ਵੀ ਬਣ ਗਈ ਤੇ ਫਿਰ ਤੀਜੀ ਵਾਰੀ ਵੀ ਬਣ ਗਈ। ਜਦੋਂ ਪ੍ਰਧਾਨ ਮੰਤਰੀ ਸਾਹਿਬ ਉੱਥੇ ਬੋਲਣ ਵਾਸਤੇ ਗਏ, ਕੰਪੇਨ 'ਚ ਫਿਰਦੇ ਸੀ, ਉੱਥੇ ਪ੍ਰਧਾਨ ਮੰਤਰੀ ਸਾਹਿਬ ਦੇ ਭਾਸ਼ਣ ਦੇ ਮੈਂ ਕੁਝ ਅੰਸ਼ ਤੁਹਾਨੂੰ ਦੱਸਦਾ ਕੀ ਕਹਿੰਦੇ ਜੀ। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਹੈ ਇਹ ਐਕਟ ਆਫ ਗੋਡ ਨਹੀਂ ਦੀਦੀ, ਇਹ ਐਕਟ ਆਫ ਗੋਡ ਨਹੀਂ, ਇਹ ਤਾਂ ਐਕਟ ਆਫ ਫਰਾਡ ਹੈ। ਇਹ ਐਕਟ ਆਫ ਫਰਾਡ ਦਾ ਨਤੀਜਾ ਹੈ। ਚੋਣਾਂ ਦੇ ਦਿਨਾਂ ਦੇ ਵਿੱਚ ਕਹਿੰਦੇ ਵੀ ਡਿੱਗਿਆ ਤਾਂ ਕਿ ਪਤਾ ਲੱਗ ਸਕੇ ਲੋਕਾਂ ਨੂੰ ਕਿ ਤੁਸੀਂ ਕਿਵੇਂ ਸਰਕਾਰ ਚਲਾਉਣੇ ਹੋ ਜੀ, ਸਰਕਾਰ ਚਲਾਈ ਦੀ ਕਿਵੇਂ ਹੈ। ਇਸ ਲਈ ਰੱਬ ਨੇ ਲੋਕਾਂ ਨੂੰ ਸੰਦੇਸ਼ ਦੇ ਦਿੱਤਾ ਹੈ ਕਿ ਅੱਜ ਇਹ ਪੁਲ ਟੁੱਟਿਆ, ਕੱਲ ਪੂਰੇ ਬੰਗਾਲ ਨੂੰ ਖਤਮ ਕਰ ਦੇਵੇਗੀ, ਇਹਨੂੰ ਬਚਾਓ। ਰੱਬ ਨੇ ਸੰਦੇਸ਼ ਭੇਜਿਆ ਜੀ। ਬੰਦੇ 27 ਉੱਥੇ ਮਰੇ, ਪੁਲ ਉੱਥੇ ਵੀ ਟੁੱਟਿਆ, ਪੁਲ ਇੱਥੇ ਵੀ ਟੁੱਟਿਆ। ਉੱਥੇ ਆਪੋਜੀਸ਼ਨ ਦੀ ਸਰਕਾਰ ਸੀ, ਉੱਥੇ ਐਕਟ ਆਫ ਗੋਡ ਨਹੀਂ, ਇਹ ਰੱਬ ਦਾ ਭਾਣਾ ਨਹੀਂ, ਇਹ ਕਹਿੰਦੇ ਐਕਟ ਆਫ ਫਰਾਡ ਹੈ। ਜਿਹੜੇ ਤੁਸੀਂ ਘਪਲੇ ਕੀਤੇ ਆ ਦੀਦੀ, ਉਹ ਹੈ। ਔਰ ਇੱਥੇ ਜਿੱਥੇ ਆਪਦੀ ਸਰਕਾਰ ਹੈ ਤੇ ਅੱਗੇ ਵੋਟਾਂ ਲੈਣੀਆਂ, ਉੱਥੇ ਪ੍ਰਾਈਮ ਮਿਨਿਸਟਰ ਸਾਹਿਬ ਦਾ ਗੱਚ ਭਰ ਆਇਆ। ਤਾਂ ਜਿਹੜੇ ਪੱਤਰਕਾਰ ਨੇ ਇਹਦੇ ਟਿੱਪਣੀ ਕੀਤੀ ਹੈ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਸਿਰਫ ਨੇਤਾ ਨਹੀਂ, ਅਭਿਨੇਤਾ ਵੀ ਹੈਗੇ। ਔਰ ਹੁਣ ਤੁਸੀਂ ਦੇਖੋ ਕਿ ਜਿਸ ਕਿਸਮ ਦਾ ਮਤਲਬ ਇੱਕ ਦੁਖਾਂਤ ਹੈ ਜੀ, ਔਰ ਇਸ ਦੁਖਾਂਤ ਬਾਰੇ ਵੱਖ-ਵੱਖ ਬੰਦਿਆਂ ਨੇ ਬੜਾ ਕੁਛ ਕਿਹਾ ਹੈ। ਰਾਹੁਲ ਗਾਂਧੀ ਅੱਜ ਕੱਲ੍ਹ ਭਾਰਤ ਜੋੜੋ ਯਾਤਰਾ ਤੇ ਚੜਿਆ ਹੋਇਆ, ਉਹਨੇ ਜਦੋਂ ਟਵੀਟ ਵੀ ਕੀਤਾ, ਉਹਨੇ ਕਿਹਾ ਕਿ ਮੈਂ ਕੋਈ ਰਾਜਨੀਤੀ ਨਹੀਂ ਕਰਨੀ। ਇਹ ਬਹੁਤ ਵੱਡਾ ਦੁਖਾਂਤ ਹੈ ਜੀ। ਜਿਹੜੇ ਪੀੜਤ ਪਰਿਵਾਰ ਹੈ ਉਹਨਾਂ ਦੇ ਨਾਲ ਮੇਰੀ ਹਮਦਰਦੀ ਹੈ। ਇਹ ਠੀਕ ਹੈ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਹੈ ਜੀ, ਉਹਨਾਂ ਨੇ ਕਹਿਤਾ ਜੀ ਹਕੀਕਤ ਕੀ ਹੈ, ਇਹਦੀ ਪੜਤਾਲ ਕਰਵਾਉਣੀ ਚਾਹੀਦੀ ਹੈ ਜੀ। ਕੁਝ ਲੋਕਾਂ ਨੇ ਇਸ ਗੱਲ ਦੀ ਡਿਮਾਂਡ ਕੀਤੀ ਹੈ ਕਿ ਇਹਦੀ ਪੜਤਾਲ ਜਿਹੜੀ ਹੈ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣੀ ਚਾਹੀਦੀ ਹੈ ਜੀ, ਜਾਂ ਸੇਵਾ ਮੁਕਤ ਤੋਂ ਕਰਵਾਉਣੀ ਚਾਹੀਦੀ ਹੈ। ਔਰ ਕਿਸੇ ਵਿਅਕਤੀ ਨੇ ਪਟੀਸ਼ਨ ਵੀ ਦਾਇਰ ਕਰਤੀ ਸੁਪਰੀਮ ਕੋਰਟ 'ਚ, ਤੇ ਸੁਪਰੀਮ ਕੋਰਟ ਉੱਤੇ ਸੁਣਵਾਈ ਲਈ ਸਹਿਮਤ ਵੀ ਹੋ ਗਈ ਹੈ ਜੀ, ਕਿਉਂਕਿ ਦੁਖਾਂਤ ਬਹੁਤ ਵੱਡਾ ਹੈ। ਮਤਲਬ ਕਿਸੇ ਵੀ ਪੋਲੀਟੀਕਲ ਪਾਰਟੀ ਨੇ, ਜੇ ਆਪਾਂ ਕਹੀਏ ਦੀਏ, ਇਸ ਦੁਖਾਂਤ ਦੇ ਵਿੱਚੋਂ ਰਾਜਨੀਤਿਕ ਰੋਟੀਆਂ ਸੇਕਣ ਦੀ ਕੋਸ਼ਿਸ਼ ਨਹੀਂ ਕੀਤੀ।
ਜਿਹੜੀਆਂ ਰਾਜਸੀ ਰੋਟੀਆਂ ਸੇਕਣ ਦਾ ਯਤਨ 2016 ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਬੰਗਾਲ ਦੇ ਵਿੱਚ ਕੀਤਾ ਸੀ। ਬਿਲਕੁਲ। ਸੋ ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ, ਵਧੀਆ ਬੋਨਸ ਦਿੰਦੇ ਨੇ, ਪੰਜਾਬੀ ਚ ਡਿਸਪੈਚ ਕਰਦੇ ਨੇ। ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060 ਤੇ ਕਾਲ ਕਰ ਸਕਦੇ ਹੋ। ਹਰ ਪ੍ਰਕਾਰ ਦੀ ਬੁੱਕ ਕੀਪਿੰਗ, ਟੈਕਸਿਸ ਜਾਂ ਪੇਰੋਲਸ ਦੇ ਅਕਾਊਂਟਸ ਦੇ ਲਈ ਤੁਸੀਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਨਾਲ 2535208886 ਦੇ ਉੱਤੇ ਕਾਲ ਕਰ ਸਕਦੇ ਹੋ। ਇਹਨਾਂ ਦੀ ਲੋਕੇਸ਼ਨ ਹੈ ਜੀ 104 ਐਵੀਨਿਊ ਸਾਊਥ ਕੈਂਟ ਵਾਸ਼ਿੰਗਟਨ ਤੇ ਅੱਗੇ ਚੱਲੀਏ ਢਿੱਲੋਂ ਸਾਹਿਬ। ਫਿਰ ਹੁਣ 1984 ਦਾ ਜਿਹੜਾ ਸਿੱਖ ਕਤਲੇਆਮ ਹੈ ਉਸ ਦੀਆਂ ਕਿਤਾਬਾਂ ਹਜੇ ਵੀ ਸੰਦੂਖੜੀ 'ਚ ਬੰਦ ਨੇ, ਉਹਦਾ ਰਿਕਾਰਡ ਬੰਦ ਹੈ, ਉਹਦੀਆਂ ਫਾਈਲਾਂ ਬੰਦ ਨੇ। ਕੀ ਉਹ ਪਤਾ ਲੱਗੂਗਾ ਵੀ ਅਸਲ ਦੇ ਵਿੱਚ ਕੀ ਆ, ਉਹ ਜਨਤਕ ਹੋਣਗੀਆਂ? ਦੇਖੋ ਦਾਨੇਲੀਆ ਸਾਹਿਬ, ਅੱਜ 1 ਨਵੰਬਰ ਹੈ। 1 ਨਵੰਬਰ ਨੂੰ ਅਸੀਂ ਦੋ ਪੱਖਾਂ ਤੋਂ ਦੇਖ ਸਕਦੇ ਹਾਂ। ਅੱਜ ਦੇ ਦਿਨ ਹੀ ਜੀ ਪੰਜਾਬ ਦੀ ਜਿਹੜੀ ਹੈ ਦੂਜੀ ਵੰਡ ਹੋਈ ਸੀ। ਸਾਡੇ ਲਈ ਕੋਈ ਮਨਾਉਣ ਵਾਲੀ? ਇੱਕ ਵੰਡ 1947 ਚ ਹੋਈ ਸੀ, ਦੂਜੀ ਵੰਡ ਹੈ ਜਿਹੜੀ ਉਹ 1966 ਦੇ ਵਿੱਚ ਹੋਈ ਸੀ। ਪੰਜਾਬੀ ਸੂਬਾ ਜਿਹੜਾ ਪੰਜਾਬੀ ਬਹੁ ਗਿਣਤੀ ਵਾਲਾ ਜਾਂ ਸਿੱਖ ਬਹੁ ਗਿਣਤੀ ਵਾਲਾ ਸੂਬਾ ਹੈ, ਇਹ ਹੋਂਦ ਵਿੱਚ ਆਇਆ ਸੀ ਜੀ। ਲੇਕਿਨ ਇਹਦੇ ਨਾਲ ਹਰਿਆਣਵੀ ਬੋਲਣ ਵਾਲਾ ਜਿਹੜਾ ਦੱਖਣੀ ਹਿੱਸਾ ਸੀ ਉਹ ਵੱਢਿਆ ਗਿਆ, ਉਹਨੂੰ ਆਪਾਂ ਕਹਿ ਦਿੰਦੇ ਹਾਂ ਹਰਿਆਣਾ ਬਣ ਗਿਆ। ਪਰਲੇ ਪਾਸੇ ਜਿਹੜਾ ਪਹਾੜੀ ਇਲਾਕਾ ਸੀ ਉਹ ਹਿਮਾਚਲ ਪ੍ਰਦੇਸ਼ ਬਣ ਗਿਆ ਤੇ ਸਾਡੇ ਕੋਲ ਇੱਕ ਛੋਟੀ ਜੀ ਪੰਜਾਬੀ ਸੂਬੀ ਰਹਿ ਗਈ ਹੈ। ਉਹ ਤੋਂ ਪਹਿਲਾਂ ਵੱਡਾ ਹਿੱਸਾ ਜਿਹੜਾ ਸਾਡਾ ਉਹ ਲਹਿੰਦਾ ਪੰਜਾਬ, ਜਿਹਨੂੰ ਅਸਲ ਪੰਜਾਬ ਵੀ ਕਿਹਾ ਜਾਂਦਾ ਹੈ, ਇਹ ਉਧਰ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਸੀ ਜੀ। ਇੱਕ ਤਾਂ ਇਹ ਹੈ, ਇਹਨੂੰ ਤੁਸੀਂ ਖੁਸ਼ੀ ਦਾ ਮੌਕਾ ਕਹਿ ਲਓ, ਇਹਨੂੰ ਦੁਖਾਂਤ ਦਾ ਮੌਕਾ ਕਹਿ ਲਓ, ਕੁਛ ਵੀ ਕਹਿ ਲਓ ਜੀ। ਦੂਜਾ ਜਿਹੜਾ ਹੈਗਾ ਵੀ ਅੱਜ ਦੇ ਦਿਨ ਹੀ, ਕਿਉਂਕਿ 30 ਅਕਤੂਬਰ ਨੂੰ 30 ਕਿ 31 ਅਕਤੂਬਰ ਨੂੰ ਕਤਲ ਹੁੰਦਾ ਹੈ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜੀ। ਉਹਦੇ ਪ੍ਰਤੀਕਰਮ ਵਜੋਂ ਅੱਜ ਦੇ ਦਿਨ ਕਤਲੇਆਮ ਸ਼ੁਰੂ ਹੋਇਆ ਸੀ। ਔਰ ਇਸ ਕਤਲੇਆਮ ਦੇ ਵਿੱਚ ਦਿੱਲੀ ਦੇ ਵਿੱਚ ਕਹਿੰਦੇ ਵੀ 3000 ਦੇ ਕਰੀਬ ਲੋਕ ਹੈ ਜਿਹੜੇ ਉਹ ਮਾਰੇ ਗਏ ਜੀ। ਉਦੋਂ ਤੋਂ ਲੈ ਕੇ ਜਿਹੜੇ ਹੱਕ ਸੱਚ ਦੀ ਲੜਾਈ ਲੜਨ ਵਾਲੇ ਲੋਕ ਆ ਉਹ ਲੜੀ ਜਾਂਦੇ ਹੈ, ਉਹ ਕੁਛ ਨਾ ਕੁਛ ਕਰੀ ਜਾਂਦੇ ਆ ਕਿ ਇਹਦਾ ਕੁਛ ਨਾ ਕੁਛ ਜਿਹੜਾ ਹੈਗਾ ਸਾਨੂੰ ਇਨਸਾਫ ਮਿਲੇ ਜੀ। ਇਨਸਾਫ ਲਈ ਲੜਨ ਵਾਲਿਆਂ ਬੰਦਿਆਂ ਦੇ ਵਿੱਚੋਂ ਜੇ ਅਸੀਂ ਦੇਖੀਏ ਤਾਂ ਦੋ ਸ਼ਖਸੀਅਤਾਂ ਮੇਰੇ ਸਾਹਮਣੇ ਆਉਂਦੀਆਂ ਜੀ। ਇੱਕ ਆਉਂਦੇ ਆ ਮਰਹੂਮ ਜਰਨੈਲ ਸਿੰਘ, ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਹੁੰਦੇ ਸੀ ਔਰ ਉਹਨਾਂ ਨੂੰ ਪੰਜਾਬ ਦਾ ਸਹਿ ਇੰਚਾਰਜ ਬਣਾਤਾ ਸੀ ਅਰਵਿੰਦ ਕੇਜਰੀਵਾਲ ਹੋਰਾਂ ਨੇ 2017 ਦੀਆਂ ਚੋਣਾਂ ਤੋਂ ਪਹਿਲਾਂ। 2017 ਦੀਆਂ ਚੋਣਾਂ ਵੇਲੇ ਜਿਹੜੀ ਹੈਗੀ ਬੜੀ ਵੱਡੀ ਟੱਕਰ ਸੀ ਜੀ। ਔਰ ਕੇਜਰੀਵਾਲ ਸਾਹਿਬ ਨੂੰ ਉਦੋਂ ਇਹ ਸੀ ਕਿ ਮੈਂ ਇੱਥੇ ਆਪਣੀ ਸਰਕਾਰ ਬਣਾ ਸਕਦਾ ਤੇ ਉਸੇ ਸਮੇਂ ਦੌਰਾਨ ਹੋਇਆ ਇਹ ਜੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਜੱਦੀ ਹਲਕੇ ਲੰਬੀ ਤੋਂ ਖੜੇ ਸੀ ਤੇ ਫਿਰ ਤੁਹਾਡੇ ਯਾਦ ਹੋਣਾ ਇੱਕ ਦਿਨ ਸਾਰਾ ਦਿਨ ਟਵੀਟਾਂ ਦੀ ਝੜੀ ਲੱਗੀ ਰਹੀ ਸੀ ਜੀ। ਸਾਡੇ ਲੋਕਾਂ ਦੀ ਨਾ ਯਾਦ ਸ਼ਕਤੀ ਬੜੀ ਘੱਟ ਹੈ। ਉਹ ਕਹਿ ਦਿੰਦੇ ਜੀ ਇਹ ਫਲਾਨੀ ਗੱਲ ਹੈ, ਕਹਿੰਦੇ ਜੀ ਉਦੋਂ ਬਾਦਲ ਹਾਰ ਜਾਂਦਾ ਜੇ ਕੈਪਟਨ ਉੱਥੇ ਖੜਾ ਨਾ ਹੁੰਦਾ ਤੇ ਜਿੱਤਦਾ ਕੌਣ, ਕਹਿੰਦੇ ਜਰਨੈਲ ਸਿੰਘ। ਜਰਨੈਲ ਸਿੰਘ ਉਦੋਂ 3 ਨੰਬਰ ਤੇ ਆਇਆ ਜੀ। ਕੈਪਟਨ ਉੱਥੇ ਖੜਾ ਕਿਉਂ ਹੋਇਆ? ਕਿਉਂਕਿ ਸਾਰਾ ਦਿਨ ਕੇਜਰੀਵਾਲ ਟਵੀਟ ਤੇ ਟਵੀਟ ਕਰਦਾ ਰਿਹਾ, ਸਰ ਆਪ ਬਾਦਲ ਕੇ ਖਿਲਾਫ ਚੋਣ ਚੁਣਾਵ ਕਿਉਂ ਨਹੀਂ ਲੜਤੇ। ਉਹ ਇੱਥੇ ਮਹਾਰਾਜ ਆਏ ਸੀ ਕੈਪਟਨ ਅਮਰਿੰਦਰ ਹੋਣੀ, ਉਹਨਾਂ ਦੀ ਪਾਰਟੀ ਦਾ ਇੱਥੇ ਜਲਸਾ ਸੀ ਤੇ ਉਹਨੇ ਇੱਥੋਂ ਐਲਾਨ ਕਰਤਾ ਕਿ ਮੈਂ ਵੀ ਲੜੂੰਗਾ। ਉਹ ਉੱਥੇ ਚਲਾ ਗਿਆ ਤੇ ਫਿਰ ਜਰਨੈਲ ਸਿੰਘ ਨੂੰ ਵੀ ਉੱਥੇ ਖੜਾ ਕਰਤਾ। ਜਰਨੈਲ ਸਿੰਘ ਤੋਂ ਅਸਤੀਫਾ ਦਵਾਇਆ ਐਮਐਲਏਸ਼ਿਪ ਤੋਂ, ਕਿਉਂਕਿ ਇੱਥੇ ਜੇ ਮਤਲਬ ਉਹਨਾਂ ਨੇ ਚੋਣ ਲੜਨੀ ਹੈ ਤਾਂ ਉਹਨਾਂ ਨੂੰ ਆਪਦੀ ਵੋਟ ਬਣਾਉਣੀ ਪੈਣੀ ਸੀ। ਜੇ ਉਹ ਦਿੱਲੀ ਦੇ ਵੋਟਰ ਨਹੀਂ ਰਹਿੰਦੇ ਤੇ ਉਹ ਦਿੱਲੀ ਦੇ ਐਮਐਲਏ ਕਿਵੇਂ ਰਹਿਣਗੇ, ਇਸ ਕਰਕੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਤੇ ਉਹ ਸੀ ਜਰਨੈਲ ਸਿੰਘ ਹੋਰਾਂ ਦੀ। ਹੁਣ ਆਪਾਂ ਗੱਲ ਕਰੀਏ ਵੀ ਜਰਨੈਲ ਸਿੰਘ ਹੋਰਾਂ ਦੀ ਅਹਿਮੀਅਤ ਕੀ ਸੀ। ਅਹਿਮੀਅਤ ਇਹ ਸੀ ਕਿ ਇੱਕ ਵਾਰੀ ਪੀ ਚਿਦੰਬਰਮ ਜਿਹੜੇ ਬੜੇ ਸ਼ਕਤੀਸ਼ਾਲੀ ਵਜ਼ੀਰ ਸੀ ਉਸ ਵੇਲੇ, ਡਿਫੈਂਸ ਮਿਨਿਸਟਰ, ਮੇਰਾ ਹੋਮ ਮਿਨਿਸਟਰ ਸੀ ਜੀ, ਹੋਮ ਮਿਨਿਸਟਰ ਸੀ ਮੇਰੇ ਖਿਆਲ ਉਸ ਵੇਲੇ, ਉਹ ਇੱਕ ਪ੍ਰੈਸ ਕਾਨਫਰੰਸ ਕਰ ਰਿਹਾ ਹੈ ਜੀ। ਤੇ ਚਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਉਂਕਿ ਜਰਨੈਲ ਸਿੰਘ ਪੱਤਰਕਾਰ ਵੀ ਸੀ ਔਰ ਬੜਾ ਸੀਨੀਅਰ ਪੱਤਰਕਾਰ ਸੀ, ਉਹਨੇ 84 ਦੀ ਕਿਤੇ ਥੋੜੀ ਗੱਲ ਕਰ ਲਈ ਕਿ 84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਕਿਉਂ ਨਹੀਂ ਮਿਲਦੀਆਂ। ਗ੍ਰਹਿ ਮੰਤਰੀ ਕਰਕੇ ਉਹਨੇ ਕਿਉਂ ਸਵਾਲ ਕੀਤਾ ਨਾ ਜੀ, ਤਾਂ ਉਹਨੇ ਕਹਿੰਦਾ ਯਾਰ ਬਹੁਤ ਹੋ ਗਿਆ, ਇਹਨੂੰ ਹੁਣ ਭੁੱਲ ਜਾਣਾ ਚਾਹੀਦਾ 84 ਦੇ ਦੁਖਾਂਤ ਨੂੰ।
ਤੇ ਉਹਨੇ ਜਿਹੜੀ ਹੈਗੀ ਹੈ ਪ੍ਰਤੀਕਾਤਮਕ ਤੌਰ ਤੇ ਇੱਕ ਜਿਹੜੀ ਹੈਗੀ ਆ ਆਪਣਾ ਜੁੱਤੀ ਲਾ ਕੇ ਤੇ ਚਿਤੰਬਰ ਵੱਲ ਚਲਾ ਕੇ ਮਾਰੀ। ਉਹ ਵੱਜੀ ਨਹੀਂ, ਉਹਦੇ ਚਲੋ ਉਹਦੇ ਵੱਲ ਵੱਜ ਗਈ। ਗਨਮੈਨਾਂ ਨੇ ਜਾਂ ਜਿਹੜੇ ਸਿਕਿਉਰਿਟੀ ਵਾਲੇ ਸੀ ਉਹਨਾਂ ਨੇ ਜਰਨੈਲ ਸਿੰਘ ਨੂੰ ਫੜ ਲਿਆ। ਔਰ ਇਹ ਮੈਂ ਚਿਦੰਬਰਮ ਦੀ ਗ੍ਰੇਟਨੈਸ ਕਹੂੰਗਾ। ਜਾਂਦੇ ਵੇਲੇ ਉਹ ਕਹਿੰਦਾ ਗਲਤੀ ਮੇਰੀ ਸੀ, ਮੈਨੂੰ ਇਹ ਨਹੀਂ ਸੀ ਕਹਿਣਾ ਚਾਹੀਦਾ, ਬੰਦੇ ਨੂੰ ਛੱਡ ਦਿਓ, ਉਹਦੇ ਖਿਲਾਫ ਕੋਈ ਕਾਰਵਾਈ ਨਹੀਂ, ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਸੀ ਹੋਈ। ਇੱਕ ਤਾਂ ਉਹ ਬੰਦੇ ਨੇ, ਆਪਾਂ ਕਹਾਂਗੇ ਵੀ ਉਸ ਬੰਦੇ ਨੇ ਇਸ ਲੜਾਈ ਨੂੰ ਤਿੱਖਾ ਕੀਤਾ ਜੀ, ਕਿਉਂਕਿ ਜੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਿੱਖ ਵੋਟਾਂ ਮਿਲੀਆਂ ਤਾਂ ਉਹਦੇ ਵਿੱਚ ਇੱਕ ਜਰਨੈਲ ਸਿੰਘ ਵੀ ਕਾਰਨ ਸੀ। ਦੂਜਾ ਵੱਡਾ ਯੋਗਦਾਨ ਜਿਹੜਾ ਸਭ ਤੋਂ ਅਹਿਮ ਹੈ ਉਹ ਆ ਸਰਦਾਰ ਹਰਵਿੰਦਰ ਸਿੰਘ ਫੂਲਕਾ ਦਾ ਜੀ, ਕਿਉਂਕਿ ਫੂਲਕਾ ਸਾਹਿਬ ਦਿੱਲੀ ਦੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਹੈ। ਲੜਾਈ ਉਹਨਾਂ ਨੇ ਲੜੀ, ਪੰਜਾਬ ਦੇ ਵਿੱਚ MLA ਵੀ ਬਣ ਗਏ, ਵਿਰੋਧੀ ਧਿਰ ਦੇ ਆਗੂ ਵੀ ਬਣ ਗਏ ਜੀ। ਲੇਕਿਨ ਇੱਕ ਮੌਕਾ ਅਜਿਹਾ ਆ ਗਿਆ ਜਦੋਂ ਕਹਿੰਦੇ ਜੀ ਚੈਂਬਰ ਕੈਂਸਲ, ਜਿਹੜੇ ਬੰਦੇ ਦੇ ਕੋਲੇ ਲਾਹ ਵਾਲਾ ਉਹਦਾ ਹੈ ਉਹ ਬੰਦਾ ਤਾਂ ਜਿਹੜਾ ਹੈਗਾ ਪ੍ਰੈਕਟਿਸ ਵੀ ਨਹੀਂ ਕਰ ਸਕਦਾ। ਤੇ ਉਸ ਵੇਲੇ ਫਿਰ ਸਰਦਾਰ ਫੂਲਕਾ ਨੇ ਪੰਜਾਬ ਦੀ ਵਿਰੋਧੀ ਧਿਰ ਦੀ ਜਿਹੜੀ ਹੈਗੀ ਹੈ ਕੁਰਸੀ ਛੱਡਤੀ। ਔਰ ਉਹ ਕੁਰਸੀ ਛੱਡ ਕੇ ਵਿਰੋਧੀ ਧਿਰ ਦੇ ਆਗੂ ਦਾ ਮਤਲਬ ਇਹ ਹੈ ਕਿ ਕੈਬਨਿਟ ਦਾ ਰੈਂਕ ਛੱਡ ਕੇ ਉਹਨੇ ਕਿਹਾ ਵੀ ਕਿਉਂਕਿ ਉਹ HKL ਭਗਤ ਸੱਜਣ ਕੁਮਾਰ ਦਾ ਕੇਸ ਲੱਗਿਆ ਸੀ ਔਰ ਸੱਜਣ ਕੁਮਾਰ ਦੇ ਕੇਸ ਦਾ ਫੈਸਲਾ ਹੋਣਾ ਤੇ ਉਹਦੇ ਵਿੱਚ ਮੇਰੀ ਲੋੜ ਹੈਗੀ, ਮੈਂ ਆਪਣੀ ਭੂਮਿਕਾ ਉੱਥੇ ਨਿਭਾਉਣੀ ਹੈ ਤੇ ਮੇਰਾ ਉਹ ਕੰਮ ਬਣਦਾ ਸੀ। ਉਹਨਾਂ ਨੇ ਉੱਥੇ ਆਪਦੀ ਜਾ ਕੇ ਲੜਾਈ ਲੜੀ। ਇਹ ਜਿਹੜਾ ਹੈਗਾ ਦੁਖਾਂਤ, ਇਸ ਦੁਖਾਂਤ ਦਾ ਸਿਲਸਿਲਾ ਹੈ ਕਿ ਇਹਦਾ ਹੋਇਆ ਕੀ, ਨਿਬੜਿਆ ਕੀ ਜੀ। ਇਹਦੇ ਵਾਸਤੇ ਦੋ ਬੰਦਿਆਂ ਦੇ ਦੋ ਵੱਖ-ਵੱਖ ਬਿਆਨ ਆਉਂਦੇ। ਇੱਕ ਹੈ RP ਸਿੰਘ, ਭਾਰਤੀ ਜਨਤਾ ਪਾਰਟੀ ਦਾ ਲੀਡਰ ਹੈ ਜੀ। ਮੈਂ ਸਾਡੇ ਸਰੋਤਿਆਂ ਨੂੰ ਥੋੜਾ ਜਿਹਾ ਦੱਸ ਦਿਆਂ ਕਿ ਜਦੋਂ ਕਈ ਵਾਰੀ ਕਿਸੇ ਅਹਿਮ ਮੁੱਦੇ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਐਡਰੈਸ ਕਰਦੇ ਹੁੰਦੇ ਹੈ ਦੇਸ਼ ਨੂੰ ਜੀ, ਲੋਕਾਂ ਨੂੰ ਐਡਰੈਸ ਕਰਦੇ ਹੁੰਦੇ ਆ ਜਾਂ ਸਿੱਖਾਂ ਨਾਲ ਰਿਲੇਟਡ ਕੋਈ ਮਾਮਲਾ ਹੈ, ਉਦੋਂ ਉਹਨਾਂ ਦੇ ਨਾਲ ਇੱਕ ਦਸਤਾਰਧਾਰੀ ਸਿੰਘ ਬੰਦਾ ਖੜਾ ਹੁੰਦਾ ਹੈ, ਉਹ RP ਸਿੰਘ ਹੈ ਜੀ। ਹੈ ਉਹ BJP ਦਾ। RP ਸਿੰਘ ਨੇ ਕੱਲ ਹੁਣ ਇਹ ਗੱਲ ਕਹੀ ਹੈ ਕਿਉਂਕਿ ਦੁਖਾਂਤ ਆ ਗਿਆ ਸੀ। ਉਹਨੇ ਕਿਹਾ ਜੀ ਵੀ ਜਿਹੜੀਆਂ ਪੁਰਾਣੀਆਂ ਫਾਈਲਾਂ ਹੈ ਜੀ, ਉਹਨਾਂ ਫਾਈਲਾਂ ਨੂੰ ਜਨਤਕ ਕਰ ਦੇਣਾ ਚਾਹੀਦਾ ਜੀ। ਉਹਨਾਂ ਫਾਈਲਾਂ ਦੇ ਵਿੱਚ ਜਿਹੜੀਆਂ 84 ਦਾ ਜਿਹੜਾ ਸਿੱਖ ਕਤਲੇਆਮ ਹੋਇਆ, ਕੌਣ ਨੇ ਕਿਹਨੇ ਕੀ ਕੀਤਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਨਤਕ ਹੋ ਜਾਣੀਆਂ ਚਾਹੀਦੀਆਂ। ਉਹਨੇ ਇਹ ਗੱਲ ਕਹਿਤੀ। ਨਾਲ HS ਫੂਲਕਾ ਸਾਹਿਬ ਨੇ ਇੱਕ ਚਿੱਠੀ ਲਿਖਤੀ ਪ੍ਰਾਈਮ ਮਿਨਿਸਟਰ ਨੂੰ। ਉਹ ਚਿੱਠੀ ਬੜੀ ਮਹੱਤਵਪੂਰਨ ਹੈ ਜੀ। ਉਹਨਾਂ ਨੇ ਕਿਹਾ ਜੀ ਇੱਕ ਟਰੁੱਥ ਕਮਿਸ਼ਨ ਬਣਾਓ ਤੇ ਉਹ ਟਰੁੱਥ ਕਮਿਸ਼ਨ ਜਿਹੜਾ ਹੈਗਾ ਉਹ ਇਹ ਪਤਾ ਕਰੇ ਜੀ ਕਿ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਕੀ ਸਿੱਖਾਂ ਨੂੰ ਸਬਕ ਸਿਖਾਉਣ ਦੀ ਜਾਂ 1984 ਜਿਹੜਾ ਸਿੱਖ ਕਤਲੇਆਮ ਹੈ ਇਹਦੀ ਯੋਜਨਾ ਪਹਿਲਾਂ ਬਣ ਗਈ ਸੀ। ਕਿਉਂਕਿ ਅਚਨਚੇਤ ਵਾਪਰਿਆ ਪਾਣਾ ਨਹੀਂ ਹੈਗਾ, ਉਹ ਇੱਕ ਯੋਜਨਾਬੱਧ ਕਤਲੇਆਮ ਕੀਤਾ ਗਿਆ। ਉਹ ਬਹੁਤ ਵੱਡੀ ਗੱਲ ਕਹੀ ਹੈ ਫੂਲਕਾ ਸਾਹਿਬ ਨੇ। ਉਹ ਹਵਾਲਾ ਦਿੰਦੇ ਹੈ ਜੀ ਕਿ ਉਸ ਵੇਲੇ ਖੁਫੀਆ ਵਿਭਾਗ ਦੇ ਇੱਕ ਸੀਨੀਅਰ ਬੰਦੇ ਨੇ, ਉਹਨਾਂ ਨੇ ਨਾਂ ਵੀ ਦਿੱਤਾ ਵਾ, ਮੇਰੇ ਨਾਂ ਦਿਮਾਗ ਚੋਂ ਨਿਕਲ ਗਿਆ ਜੀ। ਕਹਿੰਦੇ ਮੇਰੇ ਨਾਲ ਗੱਲ ਕਰਦਿਆਂ ਕਿਹਾ ਸੀ ਉਹਨਾਂ ਨੇ ਕਿ ਫੂਲਕਾ ਸਾਹਿਬ ਇੰਦਰਾ ਗਾਂਧੀ ਦਾ ਫਿਜ਼ੀਕਲ ਨੁਕਸਾਨ ਨਹੀਂ ਹੋਣਾ ਚਾਹੀਦਾ ਜੀ। ਆਪਰੇਸ਼ਨ ਬਲੂ ਸਟਾਰ ਦੇ ਵਿਰੋਧ ਵਿੱਚ ਪਤਾ ਸੀ ਔਰ ਇਹ ਤਾਂ ਇੰਦਰਾ ਗਾਂਧੀ ਨੂੰ ਵੀ ਪਤਾ ਲੱਗ ਗਿਆ ਸੀ ਵੀ ਮੇਰਾ ਹੋਊਗਾ, ਕਿਉਂਕਿ ਇੰਦਰਾ ਗਾਂਧੀ ਨੇ ਆਪਣੇ ਕਤਲ ਤੋਂ ਇੱਕ ਦਿਨ ਪਹਿਲਾਂ ਜੀ ਉਹ ਉੜੀਸਾ 'ਚ ਗਈ ਹੈ। ਉੜੀਸਾ 'ਚ ਜਿਹੜਾ ਉਹਦਾ ਤਿਆਰ ਭਾਸ਼ਣ ਸੀ, ਉਹਨੇ ਆਪਣਾ ਭਾਸ਼ਣ ਬੋਲਿਆ, ਲੇਕਿਨ ਫਿਰ ਉਸ ਭਾਸ਼ਣ ਤੋਂ ਥੋੜਾ ਜਿਹਾ ਪਾਸੇ ਵੀ ਹਟੀ ਹੈ, ਓਰੀਜਨੈਲਿਟੀ ਚਾਹੀਏ। ਹਾਂ, ਉਹਨੇ ਕਿਹਾ ਕਿ ਮੈਂ ਰਹਾਂ ਜਾਂ ਨਾ ਰਹਾਂ, ਮੇਰਾ ਕਤਲ ਵੀ ਹੋ ਸਕਦਾ ਹੈ, ਮੇਰੀ ਜਾਨ ਵੀ ਜਾ ਸਕਦੀ ਹੈ ਜੀ, ਲੇਕਿਨ ਇਸ ਦੇਸ਼ ਦੀ ਏਕਤਾ ਤੇ ਅਖੰਡਤਾ ਵਾਸਤੇ ਮੇਰੇ ਖੂਨ ਦਾ ਇੱਕ ਕਤਰਾ ਜਿਹੜਾ ਉਹ ਕੰਮ ਆਊਗਾ। ਇਹ ਗੱਲ ਉਹਨਾਂ ਨੇ ਕਹਿਤੀ ਸੀ ਇੰਦਰਾ ਗਾਂਧੀ ਨੇ। ਅਗਲੇ ਦਿਨ ਇੰਦਰਾ ਗਾਂਧੀ ਜਦੋਂ ਤਿਆਰ ਹੋ ਕੇ ਜੀ, ਇੱਕ ਕਿਸੇ ਨੂੰ ਮੇਰਾ ਖਿਆਲ ਕੋਈ ਇੰਗਲਿਸ਼ ਸੀਗਾ ਚੈਨਲ ਆਇਆ ਸੀ, ਬਾਹਰੋਂ ਆਇਆ ਸੀ, ਉਹਨਾਂ ਨੂੰ ਇੰਟਰਵਿਊ ਦੇਣੀ ਸੀ। ਤੇ ਇੰਟਰਵਿਊ ਦੇਣ ਵੇਲੇ ਜਦੋਂ ਉਹ ਜਾ ਰਹੀ ਸੀ ਉਧਰਲੇ ਪਾਸੇ ਆਪਣੇ ਦਫ਼ਤਰ ਵਾਲੇ ਪਾਸੇ ਆਪਦੇ ਘਰ ਤੋਂ, ਤੇ ਪਹਿਲਾਂ ਤੋਂ ਜਿਹੜੀ ਯੋਜਨਾ ਬਣੀ ਹੋਈ ਸੀਗੀ ਬੇਅੰਤ ਸਿੰਘ ਤੇ ਸਤਵੰਤ ਸਿੰਘ ਹੋਰਾਂ ਦੀ ਕਿ ਆਪਾਂ ਕਤਲ ਕਰਨਾ ਜੀ, ਔਰ ਉਸ ਯੋਜਨਾ ਦੇ ਤਹਿਤ ਉਹਨਾਂ ਤੇ ਅਟੈਕ ਹੁੰਦਾ ਤੇ ਇੰਦਰਾ ਗਾਂਧੀ ਦਾ ਉੱਥੇ ਕਤਲ ਹੋ ਜਾਂਦਾ। ਉਹ ਕਤਲ ਹੋ ਗਿਆ ਤੇ ਫਿਰ ਨਾਲ ਦੀ ਨਾਲ ਸਾਰਾ ਕੁਝ ਹੋਇਆ। ਆਪਾਂ ਨੂੰ ਪਤਾ ਹੈ ਇੰਦਰਾ ਗਾਂਧੀ ਨੂੰ ਪਤਾ ਸੀ ਕਿ ਮੇਰਾ ਕਤਲ ਹੋ ਜਾਣਾ। ਜੇ ਉਹਨੂੰ ਪਤਾ ਸੀ ਤਾਂ ਇਹਦਾ ਮਤਲਬ ਹੈ ਕਿ ਉਹਨੂੰ ਖੁਫੀਆ ਏਜੰਸੀਆਂ ਨੇ ਦੱਸਿਆ ਹੋਇਆ ਸੀ। ਵੈਸੇ ਕੁਝ ਜਿਹੜੇ ਸੁਚੇਤ ਬੰਦੇ ਸੀ, ਸੁਬਰਾਮਨੀਅਮ ਸਵਾਮੀ ਨੇ ਵੀ ਉਹਨਾਂ ਨੂੰ ਸੁਚੇਤ ਕਰਤਾ ਸੀ ਇੰਦਰਾ ਗਾਂਧੀ ਨੂੰ ਕਿ ਵੀ ਤੇਰੇ ਲਈ ਹੁਣ ਖਤਰਾ ਹੈ। ਉਹਨੇ ਤਾਂ ਬਹੁਤ ਪਹਿਲਾਂ ਹੀ ਕਹਿਤਾ ਸੀ ਕਿ ਆਪਰੇਸ਼ਨ ਬਲੂ ਸਟਾਰ ਵਰਗਾ ਦਰਬਾਰ ਸਾਹਿਬ ਤੇ ਹਮਲੇ ਵਾਲੀ ਗਲਤੀ ਨਾ ਕਰ ਲਿਓ। ਜੇ ਹਮਲੇ ਵਾਲੀ ਗਲਤੀ ਕਰ ਲਈ ਇੰਦਰਾ ਜੀ ਤੇ ਇੱਕ ਗੱਲ ਨੋਟ ਕਰ ਲਓ, ਸਿੱਖਾਂ ਦਾ ਇਤਿਹਾਸ ਪੜ੍ਹ ਲਓ।
ਇੱਕ ਅਜਿਹਾ ਭਾਈਚਾਰਾ ਹੈ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਕਿਸੇ ਬੰਦੇ ਨੂੰ ਨਹੀਂ ਬਖਸ਼ਿਆ ਚਾਹੇ ਉਹ ਮੱਸਾ ਰੰਗੜ ਹੋਵੇ ਭਾਵੇਂ ਕੋਈ ਵੀ ਹੋਵੇ ਤੇ ਚਾਹੇ ਕੋਈ ਵੀ ਹੋਵੇ। ਉਹਨਾਂ ਨੇ ਇਹ ਗੱਲ ਕਹੀ ਸੀ। ਖੈਰ ਗੱਲ ਜੇ ਆਪਾਂ ਤੋਰ ਲਈ ਤਾਂ ਵੱਖਰੇ ਪਾਸੇ ਨੂੰ ਚੱਲ ਜਾਣੀ ਹੈ, ਲੰਬੀ ਜਾਣੀ ਹਾਂ ਬਿਲਕੁਲ ਲੰਬੀ ਨਹੀਂ ਆਪਾਂ ਉਸ ਤਰ੍ਹਾਂ ਖਿੱਚਣੀ। ਆਪਾਂ ਫਾਈਲਾਂ ਵਾਲੇ ਪਾਸੇ ਆਪਾਂ ਫਾਈਲਾਂ ਵਾਲੇ ਪਾਸੇ ਹੋਏ। ਹੁਣ ਉਹ ਕਹਿੰਦੇ ਵੀ ਜਿਹੜੀ ਉਦੋਂ ਇਹ ਗੱਲ ਕਹੀ ਹੈ ਮੈਨੂੰ ਨੇ ਇੱਕ ਖੁਫੀਆ ਵਿਭਾਗ ਦੇ ਅਧਿਕਾਰੀ ਨੇ ਜੀ, ਇਹਦਾ ਮਤਲਬ ਹੈ ਕਿ ਯੋਜਨਾ ਪਹਿਲਾਂ ਬਣ ਗਈ ਸੀ। ਤੇ ਦਾਨੀਵਾਲ ਸਾਹਿਬ ਯੋਜਨਾ ਬਣਨ ਦਾ ਕਾਰਨ ਜੀ ਉਦੋਂ ਜਿਹੜੀ ਇਲੈਕਸ਼ਨ ਹੋਈ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ 1984 ਚ ਹੀ ਹੋਈ ਸੀ। ਔਰ ਉਸ ਇਲੈਕਸ਼ਨ ਦੌਰਾਨ ਕਾਂਗਰਸ ਪਾਰਟੀ ਨੂੰ 50% ਵੋਟਾਂ ਮਿਲ ਗਈਆਂ ਸੀ ਸਾਰੇ ਦੇਸ਼ ਚੋਂ। ਅੱਜ ਤੱਕ ਕਿਸੇ ਨੂੰ ਨਹੀਂ ਮਿਲ ਗਿਆ। ਤੇ ਸੀਟਾਂ ਕਿੰਨੀਆਂ ਮਿਲੀਆਂ ਸੀ ਜੀ? ਕੋਈ 403 ਕਹਿ ਦਿੰਦਾ, ਕੋਈ 400 ਕਹਿ ਦਿੰਦਾ, 4 ਕਹਿ ਦਿੰਦਾ, ਲੇਕਿਨ 400 ਤੋਂ ਵੱਧ ਸੀਟਾਂ ਮਿਲ ਗਈਆਂ ਸੀ ਜੀ। ਔਰ ਉਹਨਾਂ ਨੂੰ ਪਤਾ ਸੀ ਇਸ ਗੱਲ ਦਾ ਕਿ ਜੇ ਇੰਦਰਾ ਗਾਂਧੀ ਦਾ ਕਤਲ ਹੋਊਗਾ ਉਹਨੂੰ ਇੱਕ ਨਾਇਕ ਬਣਾ ਕੇ ਪੇਸ਼ ਕੀਤਾ ਜਾਊਗਾ, ਉਹਨੂੰ ਇੱਕ ਸ਼ਹੀਦ ਬਣਾ ਕੇ ਪੇਸ਼ ਕੀਤਾ ਜਾਊ ਔਰ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਸਤੇ ਕੰਮ ਆਊਗਾ। ਸਿੱਖਾਂ ਨੂੰ ਵੀ ਜਿਹੜਾ ਹੈਗਾ ਨਿਸ਼ਾਨਾ ਬਣਾਇਆ ਜਾਊਗਾ ਜੀ। ਸੋ ਇਹ ਹੁਣ ਫੂਲਕਾ ਸਾਹਿਬ ਨੇ ਡਿਮਾਂਡ ਕੀਤੀ ਹੈ ਕਿ ਜੀ ਤੁਸੀਂ ਟਰੁਥ ਕਮਿਸ਼ਨ ਬਣਾਓ। ਜਿੱਥੋਂ ਤੱਕ ਆਰਪੀ ਸਿੰਘ ਦਾ ਸਵਾਲ ਹੈ ਜੀ, ਮੇਰੇ ਖਿਆਲ ਹੈ ਵੀ ਆਰਪੀ ਸਿੰਘ ਦਾ ਜਿਹੜਾ ਬਿਆਨ ਹੈ ਉਹ ਸਿਆਸੀ ਹੈ ਜੀ। ਐਚਐਸ ਫੂਲਕਾ ਤਾਂ ਸਿਆਸਤ ਤੋਂ ਰਿਟਾਇਰ ਹੋ ਗਏ। ਉਹਨਾਂ ਦਾ ਜਿਹੜਾ ਹੈਗਾ ਬਿਆਨ ਹੈ ਉਹ ਇੱਕ ਦੁਖੀ ਤੇ ਪੀੜਤ ਵਿਅਕਤੀ ਦਾ ਹੈ ਕਿਉਂਕਿ ਸਿੱਖ ਭਾਈਚਾਰੇ ਨੂੰ ਬਿਲੋਂਗ ਕਰਦੇ ਹੈ। ਆਰਪੀ ਸਿੰਘ ਜਿਹੜਾ ਹੈਗੇ ਆ, ਆਰਪੀ ਸਿੰਘ ਤਾਂ ਪੋਲੀਟੀਕਲ ਬੰਦੇ ਹੈ ਜੀ। ਔਰ ਹੁਣ ਸਵਾਲ ਇਹ ਪੈਦਾ ਹੁੰਦਾ ਦਾਨੀਵਾਲੀਆ ਸਾਹਿਬ, ਉਸ ਵੇਲੇ ਜਿਹੜਾ ਕਤਲੇਆਮ ਹੋਇਆ ਹੈ ਉਹਦੇ ਸੰਬੰਧ ਵਿੱਚ ਕੁਝ ਮੁਕੱਦਮੇ ਦਰਜ ਵੀ ਹੋ ਗਏ ਸੀ ਜੀ। ਔਰ ਉਹ ਮੁਕੱਦਮੇ ਜਿਹੜੇ ਆ ਉਹ ਕੱਲੇ ਕਾਂਗਰਸੀਆਂ ਦੇ ਖਿਲਾਫ ਨਹੀਂ ਦਰਜ ਹੋਏ ਜੀ। ਉਹਨਾਂ ਦੇ ਵਿੱਚ ਆਰਐਸਐਸ ਦੇ ਵੀ ਬਹੁਤ ਸਾਰੇ ਵਰਕਰ ਸੀ, ਉਹਨਾਂ ਨੂੰ ਵੀ ਵਿੱਚ ਇਨਵੋਲਵ ਕੀਤਾ ਗਿਆ ਸੀ। ਬਾਅਦ ਚ ਜਦੋਂ ਡਿਪਟੀ ਪ੍ਰਾਈਮ ਮਿਨਿਸਟਰ ਬਣਦੇ ਆ ਆਪਣੇ ਅਡਵਾਨੀ ਜੀ, ਇਹਨਾਂ ਨੇ ਫਿਰ ਉਹ ਕੇਸ ਵਾਪਸ ਵੀ ਕਰਾਏ ਸੀ। ਗ੍ਰਹਿ ਵਿਭਾਗ ਦੇ ਇਹ ਇੰਚਾਰਜ ਸੀ ਜੀ। ਮੋਰਓਵਰ ਇਹ ਤੋਂ ਅੱਗੇ ਜੇ ਆਪਾਂ ਦੇਖੀਏ ਤਾਂ ਇੱਕ ਕਿਤਾਬ ਦਾ ਜ਼ਿਕਰ ਆਪਾਂ ਵਾਰ-ਵਾਰ ਕਰਦੇ ਨੇ, ਮਾਈ ਕੰਟਰੀ ਮਾਈ ਲਾਈਫ। ਉਹਦੇ ਵਿੱਚ ਅਡਵਾਨੀ ਸਾਹਿਬ ਨੇ ਕਿਹਾ ਕਿ ਇੰਦਰਾ ਗਾਂਧੀ ਆਪਰੇਸ਼ਨ ਬਲੂ ਸਟਾਰ ਕਰਨ ਤੋਂ ਜਰਕਦੀ ਸੀ। ਮੈਂ ਕਿਉਂਕਿ ਉਦੋਂ ਬੀਜੇਪੀ ਦੇ ਪ੍ਰਧਾਨ ਹੁੰਦੇ ਸੀ, ਮੈਂ ਔਰ ਮੇਰੀ ਪਾਰਟੀ ਨੇ ਇੰਦਰਾ ਗਾਂਧੀ ਤੇ ਪ੍ਰੈਸ਼ਰ ਬਿਲਡ ਕੀਤਾ ਜੀ, ਦਬਾਅ ਪਾਇਆ ਕਿ ਤੈਨੂੰ ਇਹ ਕਰਨਾ ਪਊ ਤੇ ਅਸੀਂ ਇਹ ਉਤੋਂ ਕਰਵਾਇਆ। ਮੈਂ ਤਾਂ ਕਿਤਾਬ 'ਚ ਲਿਖਿਆ ਵਾ ਇਹਦੇ ਤਾਂ ਮਤਲਬ ਇਕਵਾਲੇ ਗੁਨਾਹ ਹੈ, ਗੁਨਾਹ ਲਿਖਿਆ ਪੂਰਾ ਕਰਤਾ। ਹਾਂ, ਉਹ ਜਦੋਂ ਇਹ ਗੱਲ ਕਹਿੰਦੇ ਹੈ ਅਡਵਾਨੀ ਸਾਹਿਬ ਜੀ, ਤੇ ਹੁਣ ਉਸੇ ਅਡਵਾਨੀ ਸਾਹਿਬ ਦੀ ਪਾਰਟੀ ਦਾ ਇੱਕ ਸ਼ਖਸ ਇਹ ਗੱਲ ਕਹਿੰਦਾ ਜੀ ਇਹ ਜਿਹੜੀਆਂ ਫਾਈਲਾਂ ਜਨਤਕ ਕਰ ਦਿਓ ਜੀ। ਫਾਈਲਾਂ ਜਨਤਕ ਕਰਾਉਣ ਦਾ ਮਤਲਬ ਇਹ ਹੈ ਕਿ ਅਗਲੀਆਂ ਜਿਹੜੀਆਂ ਚੋਣਾਂ ਆਉਣੀਆਂ 2024 ਵਾਲੀਆਂ 2024 ਦੀਆਂ ਚੋਣਾਂ ਵੇਲੇ ਸਿੱਖ ਭਾਈਚਾਰੇ ਨੂੰ ਜਿਹੜਾ ਹੈਗਾ ਅਲਿਊਰ ਕੀਤਾ ਜਾਵੇ, ਉਹਨੂੰ ਭਾਰਤੀ ਜਨਤਾ ਪਾਰਟੀ ਨਾਲ ਜੋੜਿਆ ਜਾਵੇ। ਔਰ ਇੱਥੇ ਬੜਾ ਕੁਝ ਹੋ ਰਿਹਾ ਹੈ, ਅੱਜ ਵੀ ਪੰਜਾਬ ਦੇ ਵਿੱਚ ਕਈ ਕੁਝ ਹੋ ਰਿਹਾ ਹੈ। ਹਾਂਜੀ, ਤੇ ਜੇ ਉਸ ਕੁਛ ਨੂੰ ਤੇ ਆਪਾਂ ਉਹ 1984 ਵਾਲੇ ਉਸ ਸਿੱਖ ਕਤਲੇਆਮ ਨੂੰ ਦੇਖੀਏ, ਜਿਵੇਂ ਉਸ ਵੇਲੇ ਕਤਾਰਬੰਦੀ ਪੈਦਾ ਕੀਤੀ ਗਈ ਸੀ ਜੀ, ਪੋਲੀਟੀਕਲ ਪਹਿਲਾਂ ਕੀਤੀ ਸੀ ਪੋਲਰਾਈਜੇਸ਼ਨ, ਬਿਲਕੁਲ, ਔਰ ਫਿਰ ਉਹਨੂੰ ਕੀਤਾ ਸੀ ਕਾਂਗਰਸ ਨੇ ਕੰਸੋਲੀਡੇਟ। ਹਾਂਜੀ, ਹੁਣ ਫਿਰ ਉਹ ਜਿਵੇਂ ਜਿਹੜੀ ਹੈ ਪਹਿਲਾਂ ਪੋਲੀਟੀਕਲ ਜਿਹੜੀ ਆਪਣੀ ਜਿਹੜੀ ਤੁਹਾਡੀ ਪੋਲਰਾਈਜੇਸ਼ਨ ਦੇ ਯਤਨ ਕੀਤੇ ਜਾ ਰਹੇ, ਔਰ ਫਿਰ ਲੋੜ ਪੈਣ ਦੇ ਉੱਤੇ ਜਦੋਂ ਲੋੜ ਪੈ ਗਈ, ਜਦੋਂ ਕੰਮ ਜਿਹਾ ਪੂਰਾ ਹੋ ਗਿਆ, ਉਦੋਂ ਉਹਨੂੰ ਕੰਸੋਲੀਡੇਟ ਕਰਕੇ ਹਿੰਦੂ ਵੋਟ ਜਿਹੜੀ ਹੈਗੀ ਹੈ, ਸਿੱਖ ਵੋਟ, ਉਹ ਉਸ ਪਾਸੇ ਨੂੰ ਲੈ ਕੇ ਜਾਣੀ ਜੀ, ਤੇ ਬਾਕੀ ਸਾਰੇ ਭਾਈਚਾਰੇ ਨੂੰ ਪੰਜਾਬ ਦੇ ਵਿੱਚ ਸਿੱਖ ਵੋਟ ਵੀ ਨਾਲ ਲੈ ਲਾਂਗੇ, ਤੇ ਬਾਕੀ ਸਾਰੇ ਦੇਸ਼ ਦੇ ਵਿੱਚ ਫਿਰ ਉਹ ਜਿਵੇਂ ਤੁਹਾਨੂੰ ਪਤਾ ਪ੍ਰਚਾਰ ਦੇ ਮਾਮਲੇ ਉੱਥੇ ਇਹ ਗੱਲ ਕਹਿਣੀ ਆ, ਦੇਖੋ ਜੀ ਇਹ ਕੀ ਕਰ ਰਹੇ ਹੈ, ਉੱਥੇ ਫਿਰ ਅਸੀਂ ਵੋਟਾਂ ਆਪਣੇ ਹੱਕ ਚ ਲਵਾਂਗੇ। ਇਸ ਕਰਕੇ ਇਹਨਾਂ ਦੇ ਆਰਪੀ ਸਿੰਘ ਦੇ ਬਿਆਨ ਨੂੰ ਮੈਂ ਪੋਲੀਟੀਕਲ ਬਿਆਨ ਸਮਝਦਾ ਜੀ। ਜਿਹੜੀ ਸਹੀ ਡਿਮਾਂਡ ਹੈ ਉਹ ਐਚਐਸ ਫੂਲਕਾ ਸਾਹਿਬ ਵਾਲੀ ਹੈ ਕਿ ਇੱਕ ਟਰੁਥ ਕਮਿਸ਼ਨ ਬਣਾਓ ਔਰ ਉਹ ਸਾਜ਼ਿਸ਼ ਦਾ ਪਤਾ ਕਰੋ ਕਿ ਕੀ ਉਹ ਸਾਜ਼ਿਸ਼ ਸੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਇੰਦਰਾ ਗਾਂਧੀ ਦੇ ਮਰਨ ਤੋਂ ਪਹਿਲਾਂ ਹੀ। ਤੇ ਮੇਰਾ ਮੰਨਣਾ ਹੈ ਕਿ ਆਪਰੇਸ਼ਨ ਬਲੂ ਸਟਾਰ ਵੀ ਉਹਦੇ ਵਿੱਚੋਂ ਨਿਕਲਿਆ ਸੀ ਜੀ, ਕਿ ਸਿੱਖ ਜਿਹੜੇ ਹੈਗੇ ਆਪਣੇ ਆਪ ਨੂੰ ਬੜਾ ਖੱਬੀ ਖਾਨ ਸਮਝਣ ਲੱਗੇ, ਇਹਨਾਂ ਦੀ ਧੌਣ ਚੋਂ ਕਿੱਲਾ ਕੱਢਣਾ ਪੈਣਾ। ਇਹ ਗੱਲ ਮੈਂ ਨਹੀਂ ਕਹਿ ਰਿਹਾ, ਇਹ ਸੁਬਰਾਮਨੀਅਮ ਸਵਾਮੀ ਨੇ ਕਹੀ ਸੀ। ਉਹਨਾਂ ਨੇ ਕਹੀ ਸੀ ਕਿ ਜਦੋਂ ਮੈਂ ਇੰਦਰਾ ਗਾਂਧੀ ਨੂੰ ਕਿਹਾ ਕਿ ਤੁਹਾਡਾ ਨੁਕਸਾਨ ਹੋ ਸਕਦਾ ਹੈ, ਆਪਰੇਸ਼ਨ ਆਪਣਾ ਤੁਸੀਂ ਦਰਬਾਰ ਸਾਹਿਬ ਤੇ ਹਮਲਾ ਨਾ ਕਰਿਓ, ਤੇ ਉਹਨਾਂ ਨੇ ਕਿਹਾ ਵੀ ਇਹ ਗੱਲ ਰਾਜੀਵ ਨੂੰ ਕਹੋ ਤੁਸੀਂ। ਕਹਿੰਦੇ ਰਾਜੀਵ ਗਾਂਧੀ ਨੂੰ, ਮੈਂ ਕਿਹਾ ਮੈਂ ਕਿਉਂ ਕਹਾਂ? ਤੇ ਫਿਰ ਰਾਜੀਵ ਗਾਂਧੀ ਦਾ ਇੱਕ ਫੋਨ ਆਉਂਦਾ ਹੈ ਜੀ, ਉਹਦੇ ਦਫ਼ਤਰ ਦੇ ਵਿੱਚੋਂ ਅਰੁਣ ਨਹਿਰੂ ਗੱਲ ਕਰਦਾ ਹੈ ਕਿ ਜੀ ਤੁਸੀਂ ਆਇਓ, ਸ਼ਾਮ ਦਾ ਖਾਣਾ ਹੈ। ਉਹ ਆਪਣੀ ਵਾਈਫ ਨੂੰ ਲੈ ਕੇ ਜਾਂਦੇ ਹੈ, ਔਰ ਸ਼ਾਮ ਦੇ ਖਾਣੇ ਵੇਲੇ ਜਦੋਂ ਗੱਲ ਤੁਰਦੀ ਹੈ ਜੀ, ਤੇ ਫਿਰ ਉਹ ਰਾਜੀਵ ਗਾਂਧੀ ਨੂੰ ਕਹਿੰਦੇ ਵੀ ਤੁਸੀਂ ਕੋਈ ਅਜਿਹੀ ਗਲਤੀ ਨਾ ਕਰ ਲਿਓ। ਉਹੀ ਗੱਲ ਜਿਹੜੀ ਉਹਨੇ ਕਹੀ, ਤੇ ਅਰੁਣ ਸਿੰਘ ਜਿਹੜਾ ਰਿਆਸਤ ਕਪੂਰਥਲਾ ਦਾ ਜਵਾਈ ਵਾਰਸ ਹੈ, ਅੱਛਾ, ਅਰੁਣ ਸਿੰਘ, ਅਰੁਣ ਨਹਿਰੂ ਤੇ ਅਰੁਣ ਸਿੰਘ ਦੋ ਹੁੰਦੇ ਸੀ।
ਅਰਮ ਸਿੰਘ ਨੇ ਕਿਹਾ ਵੀ ਨਹੀਂ ਅੰਕਲ ਐਸਾ ਨਹੀਂ, ਇਹਨਾਂ ਲੋਕਾਂ ਨੇ ਕਹਿੰਦਾ ਸਾਨੂੰ ਤੰਗ ਬਹੁਤ ਕੀਤਾ, ਬੜੇ ਲੰਬੇ ਤੋਂ, ਇਹਨਾਂ ਨੂੰ ਸਬਕ ਸਿਖਾਉਣਾ ਹੀ ਪੈਣਾ ਹੈ। ਇਹਦਾ ਮਤਲਬ ਆਪਰੇਸ਼ਨ ਬਲੂ ਸਟਾਰ ਜਿਹੜਾ ਹੈਗਾ ਉਹ ਸਬਕ ਸਿਖਾਉਣ ਦਾ ਹੀ ਇੱਕ ਨਤੀਜਾ ਸੀ, ਇੱਕ ਹਾਲਾਤ ਪੈਦਾ ਕੀਤੇ ਗਏ ਸੀ। ਇਹ ਬੜੀਆਂ ਚੀਜ਼ਾਂ ਦੇਖਣ ਵਾਲੀਆਂ, ਸੋ ਇਹ ਬੜਾ ਕੁਝ ਇਹਦੇ ਵਿੱਚੋਂ ਹੈ ਨਿਕਲਦਾ। ਤੇ ਹੁਣ ਸਿੱਧੂ ਮੂਸੇਵਾਲਾ ਦਾ ਬਾਪ ਤਾਂ ਨਾਰਾਜ਼ ਹੈ, ਕਹਿੰਦਾ ਵੀ ਸਾਜ਼ਿਸ਼ ਘੜਤਾ ਨਹੀਂ ਫੜੇ, ਕਹਿੰਦਾ ਪਰ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਤਾਂ ਸਾਰੇ ਫੜ ਲਏ। ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਕਾਤਲ ਸਾਰੇ ਫੜ ਲਏ, ਸਾਜ਼ਿਸ਼ਕਾਰੀ ਵੀ ਫੜ ਲਏ, ਤੇ ਕੁਝ ਬੰਦੇ ਜਿਹੜੇ ਵਿਦੇਸ਼ਾਂ 'ਚ ਬੈਠੇ ਆ ਉਹਨਾਂ ਨੂੰ ਫੜਨ ਵਾਸਤੇ ਭਾਰਤ ਸਰਕਾਰ ਦੇ ਨਾਲ ਅਸੀਂ ਲਗਾਤਾਰ ਸੰਪਰਕ 'ਚ ਹਾਂ। ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਕਿ ਉਹਨਾਂ ਨੂੰ ਵਾਪਸ ਜਿਹੜਾ ਹੈਗਾ ਭਾਰਤ ਦੇ ਵਿੱਚ ਮੰਗਵਾਇਆ ਜਾਵੇ। ਇਹ ਮੁੱਖ ਮੰਤਰੀ ਸਾਹਿਬ ਨੇ ਕਿਹਾ। ਔਰ ਇਹ ਮੁੱਖ ਮੰਤਰੀ ਸਾਹਿਬ ਨੇ ਕਦੋਂ ਕਿਹਾ? ਇਹ ਮੁੱਖ ਮੰਤਰੀ ਸਾਹਿਬ ਨੇ ਉਦੋਂ ਕਿਹਾ ਜਦੋਂ ਐਤਵਾਰ ਵਾਲੇ ਦਿਨ ਸਿੱਧੂ ਮੂਸੇਵਾਲੇ ਦਾ ਬਾਪ ਜਿਹੜਾ ਹੈਗਾ, ਜਿਹੜੇ ਉੱਥੇ ਲੋਕ ਇਕੱਠੇ ਹੋਏ ਤੇ ਉਹਨਾਂ ਲੋਕਾਂ ਨੂੰ ਐਡਰੈਸ ਕਰਦਾ ਹੈ ਜੀ। ਉਹ ਕਹਿੰਦਾ ਵੀ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਉਹਨੇ 25 ਜਿਹੜਾ ਹੈਗਾ ਨਵੰਬਰ ਦਾ ਅਲਟੀਮੇਟਮ ਦਿੱਤਾ ਸੀ, 25 ਨਵੰਬਰ ਤੱਕ ਵੇਟ ਕਰਾਂਗੇ ਤੇ ਜੇ 25 ਨਵੰਬਰ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਫਿਰ ਉਹ ਕਹਿੰਦਾ ਵੀ ਜਿਹੜੀ FIR ਦਰਜ ਕਰਾਈ ਹੈ ਮੈਂ ਉਹ FIR ਵੀ ਚੱਕ ਲੂੰਗਾ, ਵਾਪਸ ਲੈ ਲੂੰਗਾ। ਔਰ ਨਾਲ ਦੀ ਨਾਲ ਹੀ ਮੈਂ ਤੇ ਮੇਰੀ ਵਾਈਫ ਸਿੱਧੂ ਮੂਸੇਵਾਲੇ ਦੀ ਮਾਂ ਕਹਿੰਦੇ ਵੀ ਅਸੀਂ ਇਸ ਦੇਸ਼ ਨੂੰ ਅਲਵਿਦਾ ਕਹਿ ਦਿਆਂਗੇ। ਅੱਛਾ ਜੀ, ਤੁਹਾਡਾ ਦੇਸ਼ ਛੱਡ ਜਾਾਂਗੇ, ਅਸੀਂ ਇੱਥੇ ਰਹਿੰਦੇ ਹੀ ਨਹੀਂ। ਔਰ ਭਾਵੇਂ ਸਾਨੂੰ ਬੰਗਲਾਦੇਸ਼ ਰਹਿਣਾ ਪੈ ਜੇ। ਅੱਜ ਜਿਹੜੀ ਬੰਗਲਾਦੇਸ਼ ਵਾਲੀ ਗੱਲ ਕਹੀ ਹੈ ਨਾ, ਇਹ ਕਿੱਥੋਂ ਆਈ? ਇਹੀ ਹੈ ਨਾ ਕਿ ਪਛੜਿਆ ਹੋਇਆ ਦੇਸ਼ ਹੈ। ਉਹ ਤਾਂ ਭਾਰਤ ਨਾਲ ਵੀ ਪਛੜਿਆ ਹੋਇਆ ਦੇਸ਼। ਨੋਟ ਉੱਤੇ ਹੈ ਜੀ। ਚਲੋ ਨੋਟ ਦਾ ਉੱਤੇ ਇੱਕ ਵੱਖਰੀ ਗੱਲ ਹੈ, ਜੇ ਦੂਜੀ ਬੋਲੀ ਵਾਲੇ ਥਾਂ ਤੇ ਆਪਣੇ ਪੰਜਾਬ ਨੂੰ ਛੱਡ ਕੇ ਬੰਦਾ ਜਾਣ ਵਾਲੀ ਗੱਲ ਕਰਦਾ, ਬੰਗਲਾਦੇਸ਼ ਦੀ ਗੱਲ ਕਰਦਾ। ਅਗਲੀ ਗੱਲ ਉਹਨੇ ਕਿਹਾ, ਉਹ ਕਹਿੰਦਾ ਵੀ ਮੈਂ ਆਪਦੇ ਪੁੱਤ ਨੂੰ ਪੜ੍ਹਾਇਆ ਲਿਖਾਇਆ, ਮੈਂ ਇੱਕ ਸਧਾਰਨ ਵਿਅਕਤੀ ਹਾਂ, ਫੌਜ ਦੇ ਵਿੱਚ ਨੌਕਰੀ ਕੀਤੀ ਹੈ, ਉਸ ਤੋਂ ਬਾਅਦ ਮੈਂ ਖੇਤੀ ਕੀਤੀ ਹੈ, ਮੈਂ ਇਹਨੂੰ ਕੈਨੇਡਾ ਪੜ੍ਹਨ ਭੇਜਿਆ, ਬਰੈਂਪਟਨ ਰਿਹਾ। ਉਹ ਕਹਿੰਦਾ ਵੀ ਮੈਂ 6 ਮਹੀਨਿਆਂ ਦਾ ਜਿਹੜਾ ਸਮੈਸਟਰ ਇੱਕ ਹੁੰਦਾ ਸੀ, ਉਹ ਸਮੈਸਟਰ ਦਾ ਖਰਚਾ ਉਹਨੂੰ ਪਹਿਲਾਂ ਹੀ ਕਹਿੰਦਾ ਮੈਂ ਆਪਦੀ ਕਮਾਈ ਕਰਕੇ ਤੇ ਆੜ੍ਹਤੀਏ ਕੋਲ ਜਮ੍ਹਾਂ ਕਰਵਾ ਦਿੰਦਾ ਸੀ। ਅੱਛਾ ਜੀ, ਕਿ ਸ਼ੁਭਦੀਪ ਨੂੰ ਪੈਸਿਆਂ ਦੀ ਲੋੜ ਹੋਊ ਤੇ ਮੈਂ ਉਹਨੂੰ ਭੇਜਦਾ ਰਿਹਾ। ਸ਼ੁਭਦੀਪ ਉੱਥੋਂ ਪੜ੍ਹ ਕੇ ਆਇਆ। ਸ਼ੁਭਦੀਪ ਨੇ ਉੱਥੇ ਆਪਣੇ ਕਲਾ ਦੇ ਵਿੱਚ ਆਪਣਾ ਹੱਥ ਅਜਮਾਇਆ ਔਰ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਬੰਦਾ ਚਮਕ ਪਿਆ ਜੀ। ਉਹ ਕਹਿੰਦਾ ਬੰਬੇ ਵੀ ਰਹਿ ਸਕਦਾ ਸੀ, ਉਹ ਚੰਡੀਗੜ੍ਹ ਵੀ ਰਹਿ ਸਕਦਾ ਸੀ। ਉਹਨੇ ਪਿੰਡ ਨੂੰ ਜਿਹੜਾ ਹੈਗਾ ਚੁਣਿਆ ਕਿ ਮੈਂ ਪਿੰਡ 'ਚ ਰਹਿਣਾ ਤੇ ਪੇਂਡੂ ਪੰਜਾਬ ਨੂੰ ਅਪਲਿਫਟ ਕਰਨਾ ਜੀ। ਉਸ ਬੰਦੇ ਨੇ ਕਹਿੰਦਾ ਗੱਲ ਕੀਤੀ, ਲੇਕਿਨ ਉਸ ਬੰਦੇ ਨੂੰ ਜਿਵੇਂ ਕਤਲ ਕੀਤਾ ਗਿਆ, ਉਹਦੀ ਸਿਕਿਉਰਿਟੀ ਜਿਹੜੀ ਹੈਗੀ ਆ ਵਾਪਸ ਲਈ ਗਈ ਅੱਧੀ, ਔਰ ਫਿਰ ਉਹਨੂੰ ਜਿਹੜਾ ਹੈਗਾ ਪ੍ਰਚਾਰਿਤ ਕੀਤਾ ਗਿਆ। ਇੱਕ ਦੂਜੀ ਉਹ ਗੱਲ ਕਹਿੰਦਾ ਕਿ ਜਿਨ੍ਹਾਂ ਬੰਦਿਆਂ ਨੇ ਗੋਲੀ ਮਾਰਤੀ ਜੀ, ਇਹ ਤਾਂ ਪਹਾੜੇ ਦੇ ਬੰਦੇ ਆ। ਹਾਂ, ਉਹਨਾਂ ਦੇ ਪਿੱਛੇ ਜਿਹੜੇ ਸਫੈਦ ਪੋਸ਼ ਹੈ ਉਹਨਾਂ ਦੀ ਗੱਲ ਦੱਸੋ, ਉਹ ਕੌਣ ਹੈ, ਮਰਵਾਇਆ ਕਿੰਨਾ ਨੇ? ਉਹ ਕਹਿੰਦਾ ਮੈਂ ਬਾਰ-ਬਾਰ ਜਿਹੜਾ ਹੈਗਾ ਪੁਲਿਸ ਵਾਲਿਆਂ ਨੂੰ ਦੱਸ ਚੁੱਕਿਆ ਵੀ ਆਹ ਬੰਦੇ ਆ। ਤੇ ਜਿਸ ਬੰਦੇ ਨੂੰ ਕਹਿੰਦਾ ਮੈਂ ਰੱਬ ਸਮਝਦਾ ਰਿਹਾ, ਜਿਹਨੂੰ ਦੱਸਦਾ ਰਿਹਾ ਪਿਰਤਪਾਲ ਨੂੰ, ਉਹ ਤਾਂ ਕਹਿੰਦਾ ਵੀ ਸਭ ਤੋਂ ਮਾੜਾ ਬੰਦਾ ਨਿਕਲਿਆ। ਹਾਂ, ਉਹ ਤਾਂ ਉਹਨਾਂ ਦੇ ਨਾਲ ਜਾ ਕੇ ਰਲ ਗਿਆ, ਉਹਨਾਂ ਦਾ ਹੀ ਸੀ। ਉਹ ਕਹਿੰਦਾ ਵੀ ਜੇ ਪਿਰਤਪਾਲ ਨੇ ਜਿਹੜੀ ਤਫਤੀਸ਼ ਕੀਤੀ ਹੈ, ਉਸ ਤਫਤੀਸ਼ ਨੂੰ ਤਾਂ ਇਹਦਾ ਮਤਲਬ ਹੈ ਕਿ ਉਹ ਤਾਂ ਨਾਲ ਰਿਹਾ ਹੋਇਆ ਸੀ, ਜਿਹਨੇ ਉਹਨਾਂ ਦੀ ਹਰ ਕਿਸਮ ਦੀ ਸੇਵਾ ਕੀਤੀ। ਔਰ ਉਹ ਬੰਦਾ ਨਾਲ ਉਹਨੇ ਭਜਾਇਆ ਵੀ, ਉਹਨੇ ਕਿਵੇਂ ਉਹ ਅਯਾਸ਼ੀ ਕਰਦਾ ਰਿਹਾ ਸੀ। ਇਹ ਸਾਰੀਆਂ ਗੱਲਾਂ ਆ ਗਈਆਂ। ਕਹਿੰਦਾ ਵੀ ਉਹਦੇ ਤੇ ਉਹਨੇ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਕੋਲ ਉਹਨਾਂ ਨੇ ਪਨਾਹ ਲਈ ਸੀ ਪੈਸੇ ਲੈ ਕੇ ਛੱਡਿਆ। ਉਹਦਾ ਇਹ ਇਲਜ਼ਾਮ ਹੈ, ਉਹਦਾ ਦੋਸ਼ ਹੈ, ਉਹਨਾਂ ਨੂੰ ਛੱਡਤਾ। ਉਹਦੇ ਤੇ ਸਾਰੇ ਤੇ ਮਾਮਲੇ ਤੇ ਇਹਦੀ ਪੜਤਾਲ ਦੀ ਲੋੜ ਆ, ਪੜਤਾਲ ਕਰਵਾਈ ਜਾਵੇ ਤੇ ਜੇ ਪੜਤਾਲ ਨਾ ਕਰਵਾਈ ਤਾਂ ਭਾਈ ਫਿਰ ਮੈਂ ਇਸ ਦੇਸ਼ ਨੂੰ ਛੱਡ ਦੂੰਗਾ। ਨਤੀਜਾ ਕੀ ਹੋਇਆ ਕਿ ਕੱਲ ਮਾਝੇ 'ਚ ਗਏ ਸੀ, ਮੇਰੇ ਖਿਆਲ ਪਠਾਨਕੋਟ ਵਾਲੇ ਪਾਸੇ ਜੀ, ਮੁੱਖ ਮੰਤਰੀ ਸਾਹਿਬ ਔਰ ਮੀਡੀਆ ਨਾਲ ਸਾਹਮਣਾ ਹੋਇਆ ਤੇ ਉੱਥੇ ਉਹਨਾਂ ਨੇ ਕਹਿੰਦਾ ਜੀ ਇਸ ਤਾਂ ਸਾਰਿਆਂ ਨੂੰ ਫੜ ਲਿਆ। ਅੱਛਾ, ਮੰਨ ਲਓ ਵੀ ਸਾਰਿਆਂ ਨੂੰ ਫੜ ਲਿਆ, ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਵਾਅਦਾ ਯਾਦ ਕਰਾਉਣਾ, ਸਿੱਧੂ ਮੂਸੇਵਾਲੇ ਦੇ ਕਤਲ ਦਾ ਅਸਲ ਕਾਰਨ ਕੀ ਹੈ, ਇਹਦੀ ਸੱਚਾਈ ਜਾਣ ਵਾਸਤੇ ਉਹਨਾਂ ਨੇ ਜੁਡੀਸ਼ੀਅਲ ਪ੍ਰੋਬ ਦਾ ਵਾਅਦਾ ਕੀਤਾ ਸੀ। ਬਿਲਕੁਲ, ਕਿ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਅਸੀਂ ਇਹਦੀ ਪੜਤਾਲ ਕਰਵਾਵਾਂਗੇ, ਕਮਿਸ਼ਨ ਬਣਾਵਾਂਗੇ। ਚੀਫ ਜਸਟਿਸ ਸਾਹਿਬ ਨੇ ਕਹਿੰਦਾ ਕਿ ਸਾਡੇ ਕੋਲ ਜੱਜਸ ਦੀ ਸ਼ਾਰਟੇਜ ਹੈ, ਅਸੀਂ ਕੋਈ ਜੱਜ ਮੁਹੱਈਆ ਨਹੀਂ ਕਰਵਾ ਸਕਦੇ। ਮੰਨ ਲਓ ਜੇ ਸਿਟਿੰਗ ਜੱਜ ਨਹੀਂ ਮਿਲਦੇ ਤੇ ਬੜੇ ਕਾਬਲ ਤੁਹਾਡੇ ਕੋਲ ਰਿਟਾਇਰਡ ਜੱਜ ਬੈਠੇ, ਤੁਸੀਂ ਅੱਜ ਤੱਕ ਉਹ ਕਿਉਂ ਨਹੀਂ ਕਰਵਾਈ? ਉਹ ਕਹਿੰਦੇ ਬੰਦੇ ਅਸੀਂ ਸਾਰੇ ਫੜ ਲਏ। ਉਹਦਾ ਪਿਓ ਕਹਿੰਦਾ ਕਿ ਜਿਹੜੇ ਬੰਦੇ ਲਾਰੈਂਸ ਬਿਸ਼ਨੋਈ ਦਾ ਧੰਦਾ ਚਲਾ ਰਹੇ ਆ, ਉਹਦੀ B ਟੀਮ ਹੈ, ਉਹਨੂੰ ਕਿਹਨੇ ਫੜਿਆ? ਉਹ ਤਾਂ ਕਹਿੰਦੇ ਤੁਸੀਂ ਆਰਾਮ ਦੇ ਨਾਲ, ਉਹਦਾ ਥੋੜੇ ਸਰਕਾਰੀ ਮਹਿਮਾਨ ਹੈ, ਉਹਨਾਂ ਮਹਿਮਾਨਾਂ ਨੂੰ ਲਈ ਫਿਰਦੇ ਹੋ। ਹੁਣ ਅੱਜ ਵੀ ਤੁਸੀਂ ਦੇਖੋ ਵੀ ਉਹ ਟੀਨੂ ਆ ਗਿਆ,
ਦੀਪਕ ਟਿੰਨੂ ਨੂੰ ਲੈ ਆਏ ਹੈ, ਅਦਾਲਤ ਨੇ ਲਾਤੀਆਂ ਕੰਡੀਸ਼ਨਾਂ ਕਿ ਉਹਨੂੰ ਐਂ ਕਰਕੇ ਰੱਖਣਾ, ਤੇ ਉਹਨੂੰ ਹੁਣ ਮੈਂ ਉਹ ਸ਼ਬਦ ਨਹੀਂ ਬੋਲਦਾ ਤੇ ਉਹਨੂੰ ਕਿਵੇਂ ਰੱਖਿਆ ਜਾ ਰਿਹਾ। ਇਸ ਕਰਕੇ ਜਿਹੜਾ ਕੱਲ ਉਹਦੇ ਬਾਪ ਨੇ ਗੱਲ ਕਹੀ ਹੈ, ਅਗਲੀ ਗੱਲ ਜੀ, ਇੱਕ ਪਾਸੇ ਤਾਂ ਭਗਵੰਤ ਸਿੰਘ ਮਾਨ ਕਹਿੰਦੇ ਸਭ ਨੂੰ ਫੜ ਲਈ, ਫਿਰ ਦੂਜਾ ਸਵਾਲ ਇਹ ਪੈਦਾ ਹੁੰਦਾ ਕਿ ਕੱਲ ਜੀ ਜਿਹੜੇ ਬਠਿੰਡਾ ਦੇ ਸਾਬਕਾ ਆਈਜੀ ਹੁੰਦੇ ਸੀ ਸਰਦਾਰ ਜਸਕਿਰਨ ਸਿੰਘ ਹੋਰਾਂ ਨੂੰ ਐਸਆਈਟੀ ਦਾ ਚੀਫ ਵੀ ਬਣਾਇਆ ਹੋਇਆ, ਤੇ ਜਸਕਿਰਨ ਸਿੰਘ ਹੋਰੀ ਸਪੈਸ਼ਲ ਜਿਹੜੇ ਹੈਗੇ ਆ ਮੂਸੇ ਪਿੰਡ ਜਾਂਦੇ ਆ ਜੀ, 5-6 ਘੰਟੇ ਉਹ ਹਵੇਲੀ ਦੇ ਵਿੱਚ ਰਹਿੰਦੇ ਆ। ਉਹਦੇ ਬਾਪ ਦੇ ਨਾਲ ਸਾਰੀ ਗੱਲਬਾਤ ਹੁੰਦੀ ਹੈ, ਔਰ ਉਹ ਤੋਂ ਬਾਅਦ ਫਿਰ ਉਹਦੇ ਬਾਪ ਨੇ ਕਹਿੰਦਾ ਕਿ ਆਉਂਦੇ ਹੈ ਜੀ, ਆ ਕੇ ਭਰੋਸਾ ਦੇ ਜਾਂਦੇ ਆ, ਮੈਂ ਮੰਨ ਲੈਣਾ, ਪਰ ਨਿਕਲਣਾ ਕੱਖ ਨਹੀਂ। ਹੁਣ ਵੀ ਕਹਿੰਦਾ ਵੀ ਇਹਨਾਂ ਨੇ ਭਰੋਸਾ ਦਿੱਤਾ ਹੈ, ਮੈਨੂੰ ਮੰਨਣਾ ਪੈਣਾ ਕਿਉਂਕਿ ਮੇਰੇ ਸਾਹਮਣੇ ਮੇਰੀ ਮਜਬੂਰੀ ਹੈ, ਪੁੱਤ ਵਾਸਤੇ ਇਨਸਾਫ ਚਾਹੀਦਾ, ਮੈਂ ਮੰਨੂਗਾ। ਜੇ ਨਾ ਕਰਨਗੇ ਫਿਰ ਕਹਿੰਦੇ ਵੀ ਹੁਣ ਅੰਦੋਲਨ ਵਾਲੇ ਰਾਹ ਵੀ ਪਵਾਂਗੇ। ਉਹ ਤੋਂ ਪਹਿਲਾਂ ਉਹਨੇ ਕਿਹਾ ਸੀਗਾ ਕਿ ਮੈਂ ਇੱਕ ਲਾ ਨੂੰ ਮੰਨਣ ਵਾਲਾ ਬੰਦਾ ਹੈ, ਮੈਂ ਕੋਈ ਜਲਸਾ ਜਲੂਸ ਮੁਜ਼ਾਹਰਾ ਨਹੀਂ ਕੀਤਾ, ਕੋਈ ਭੁੱਖ ਹੜਤਾਲ ਨਹੀਂ ਕੀਤੀ, ਤੇ ਹੁਣ ਫਿਰ ਸਾਨੂੰ ਉਹ ਵੀ ਕਰਨੀ ਪੈਣੀ ਹੈ ਜੀ। ਕੱਲਾ ਸਾਹਿਬ ਇੱਕ ਹੋਰ, ਮੈਂ ਚੰਡੀਗੜ੍ਹ ਸੀ ਕੱਲ, ਜਾਣਾ ਪਿਆ ਮੈਨੂੰ, ਉੱਥੇ ਇੱਕ ਨਵੇਕਲੇ ਜਿਹੇ ਸਵਾਲ ਖੜੇ ਕੀਤੇ ਕਿ ਯਾਰ ਮੂਸੇ ਵਾਲੇ ਦਾ ਪਿਓ ਪਿੱਛੇ ਕੌਣ ਬੋਲਦਾ ਹੈ, ਇਹ ਕੀ ਉੱਥੇ ਦੇਖ ਲਓ ਗੱਲਾਂ ਹੋ ਰਹੀਆਂ ਨੇ। ਨਹੀਂ, ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਪਹਿਲੀ ਗੱਲ ਤਾਂ ਇਹ ਹੈ ਕਿ ਪਾਰਲੀਮੈਂਟ ਦੀ ਚੋਣ ਵੇਲੇ ਵੀ ਬਹੁਤ ਸਾਰੇ ਲੋਕਾਂ ਨੇ ਸਵਾਲ ਉਠਾਇਆ ਸੀ ਕਿ ਜੇ ਇਹ ਪਾਰਲੀਮੈਂਟ ਦੀ ਚੋਣ ਲੜੂਗਾ, ਉਹਨੇ ਰਿਫਿਊਜ਼ ਕਰਤਾ ਸੀ ਜੀ, ਜਿਹਦਾ ਪੁੱਤ ਮਰਿਆ ਹੋਵੇ ਪਾਰਲੀਮੈਂਟ ਦੇ, ਪਾਰਲੀਮੈਂਟ ਦੇ ਵਿੱਚ ਉਹਨੇ ਕੀ ਲੈਣ ਜਾਣਾ, ਉਹਨੂੰ ਤਾਂ ਵੈਸੇ ਹੀ ਲੋਕ ਜਿਹੜੇ ਹੈਗੇ ਐਡਾ ਇੱਜ਼ਤ ਮਾਰਦੇ। 5 ਮਹੀਨੇ ਹੋ ਗਏ ਸਿੱਧੂ ਮੂਸੇਵਾਲੇ ਦਾ ਕਤਲ ਹੋਏ ਨੂੰ, ਉਹ ਤੋਂ ਲੈ ਕੇ ਕਦੇ ਕਾਫਲਾ ਰੁਕਿਆ ਹੀ ਨਹੀਂਗਾ, ਕਾਫਲਿਆਂ ਤੇ ਕਾਫਲੇ ਲੋਕ ਆਉਂਦੇ। ਦੂਜੀ ਗੱਲ, ਫਿਰ ਇਹਦਾ ਦੂਜਾ ਪੱਖ ਵੀ ਹੈ ਜੀ। ਮੇਰੀ ਜਿਹੜੀ ਜਾਣਕਾਰੀ ਹੈ ਕਿ ਇੱਕ ਪਾਰਟੀ ਵਿਸ਼ੇਸ਼ ਚਾਹੁੰਦੀ ਸੀ ਕਿ ਸਿੱਧੂ ਮੂਸੇਵਾਲੇ ਦਾ ਬਾਪ ਉਹਨਾਂ ਦੀ ਟਿਕਟ ਲੈ ਲਵੇ। ਉਹ ਪਾਰਟੀ ਨਹੀਂ, ਜਿਹੜੀ ਪਾਰਟੀ ਨੇ ਸਿੱਧੂ ਮੂਸੇਵਾਲੇ ਨੂੰ ਟਿਕਟ ਦਿੱਤੀ ਸੀ ਉਹ ਨਹੀਂ ਸੀ, ਦੂਜੀ ਹੋਰ ਪਾਰਟੀ ਕੋਈ ਹੋਰ ਸੀ ਕਿ ਸੰਗਰੂਰ ਸੀਟ ਜਿੱਤਣੀ ਹੈ, ਜੇ ਮਰਜ਼ੀ ਜਿੱਤੋ, ਜਿਵੇਂ ਮਰਜ਼ੀ ਜਿੱਤੋ। ਤੇ ਉਹ ਸੰਗਰੂਰ ਸੀਟ ਦੇ ਵਿੱਚ ਜਿਹੜਾ ਵਿਰੋਧ ਉੱਠਿਆ ਸੀ ਸਿੱਧੂ ਮੂਸੇਵਾਲੇ ਦੀ ਵਜ੍ਹਾ ਕਾਰਨ, ਤੁਹਾਨੂੰ ਪਤਾ ਵੀ ਰੂਲਿੰਗ ਪਾਰਟੀ ਦੀ ਵੋਟ ਪਰਸੈਂਟੇਜ ਕਿੰਨੀ ਘਟ ਗਈ ਸੀ, 30% ਘਟ ਗਈ ਸੀ, 30% ਜਿਹੜੀ ਵੋਟ ਘਟੀ ਸੀ। ਉਹ ਜਿਹੜੀ ਉਹ ਘਟਣ ਵਾਲੀ ਵੋਟ ਨੂੰ ਰੋਕਣ ਵਾਸਤੇ ਵੀ ਕਈ ਕਹਿੰਦੇ ਪੇਸ਼ਕਸ਼ਾਂ ਹੋਈਆਂ ਸੀ, ਆਪਾਂ ਇਹਦੀ ਪੁਸ਼ਟੀ ਤਾਂ ਨਹੀਂ ਕਰ ਸਕਦੇ, ਪਰ ਲੋਕਾਂ ਦੀ ਗੱਲ ਚੱਲਦੇ, ਉਹ ਕਹਿੰਦੇ ਵੀ ਸਿੱਧੂ ਮੂਸੇਵਾਲੇ ਦਾ ਜਿਹੜਾ ਕੇਸ ਹੈ ਉਹਦੇ ਵਿੱਚ ਅੜਿੱਕਾ ਹੀ ਪਿਆ ਸੀ ਕਿ ਬਾਪੂ ਨੇ ਗੱਲ ਨਹੀਂ ਸੁਣੀ, ਗੱਲ ਮੰਨੀ ਨਹੀਂ। ਕੌਣ ਬੋਲਦਾ ਪਿੱਛੇ? ਉਹ ਤਾਂ ਦੁਖੀ ਆਤਮਾ ਬੋਲਦੀ, ਉਹਦੀ ਦੁਖੀ ਆਤਮਾ ਬੋਲਦੀ। ਉਹਨੇ ਅਗਲੀ ਗੱਲ ਵੀ ਕਹੀ ਹੈ ਜੀ, ਕੱਲਾ ਇਹ ਨਹੀਂ ਵੀ ਉਹਨੇ ਪੰਜਾਬ ਦੀ ਸਰਕਾਰ ਨੂੰ ਕੋਸਿਆ, ਉਹਨੇ ਭਾਰਤ ਸਰਕਾਰ ਨੂੰ ਵੀ ਕੋਸਿਆ। ਉਹ ਕਹਿੰਦਾ ਯਾਰ ਗੱਲ ਹੋਈ, ਉਹ ਪੁੱਤ ਮੇਰਾ ਹੈ ਜੀ, ਤੁਸੀਂ ਬੁਲਾਉਣਾ ਮੈਨੂੰ ਬੁਲਾਓ। ਉਹਦੇ ਜੰਮਣ ਤੋਂ ਲੈ ਕੇ ਉਹਦੀ ਮੌਤ ਤੱਕ ਦਾ ਸਭ ਕੁਝ ਮੈਂ ਬਾਖੂਕਾਰ, ਮੈਥੋਂ ਜੋ ਪੁੱਛਣਾ ਮੈਂ ਤੁਹਾਨੂੰ ਦੱਸ ਦੂੰ। ਉਹਦਾ ਕਤਲ ਹੋ ਗਿਆ, ਕਹਿੰਦਾ ਪਿਸਟਲ ਮੈਂ ਤੁਹਾਡੇ ਹਵਾਲੇ ਕਰਤਾ, ਉਹਦੀ ਗੱਡੀ ਮੈਂ ਤੁਹਾਡੇ ਹਵਾਲੇ ਕਰਤੀ, ਜਿਹੜੀ ਚਕਨਾ ਚੂਰ ਕੀਤੀ, ਉਹ ਢੱਕ ਕੇ ਹੁਣ ਢੱਕੀ ਹੈ, ਉਹਦਾ ਢੱਕੀ ਹੈ। ਬਾਕੀ ਸਾਰਾ ਸਮਾਨ ਜਿਹੜਾ ਹੈ, ਮੋਬਾਈਲ ਉਹਦਾ ਤੁਹਾਨੂੰ ਮੈਂ ਦੇਤਾ, ਤੁਸੀਂ ਉਹ ਵੀ ਖੰਗਾਲ ਲਿਆ ਹੋਣਾ। ਉਹ ਕਹਿੰਦਾ ਵੀ ਮੈਨੂੰ ਅਫਸੋਸ ਇਸ ਗੱਲ ਦਾ ਹੈ ਵੀ ਬਾਕੀ ਤਾਂ ਕਿਸੇ ਨੇ ਹਾਂ ਦਾ ਨਾਰਾ ਕੀ ਮਾਰਨਾ ਸੀ ਜੀ। ਜਿਹੜੀ ਮਿਊਜ਼ਿਕ ਇੰਡਸਟਰੀ ਹੈ, ਮਿਊਜ਼ਿਕ ਇੰਡਸਟਰੀ ਦੇ ਵੀ ਕਿਸੇ ਬੰਦੇ ਨੇ ਕਹਿੰਦਾ ਆਵਾਜ਼ ਨਹੀਂ ਚੁੱਕੀ, ਜੋ ਚੁੱਕਣੀ ਚਾਹੀਦੀ ਸੀ। ਜੇ ਕੋਈ ਮਿਊਜ਼ਿਕ ਇੰਡਸਟਰੀ ਚੋਂ ਕਹਿੰਦਾ ਬੋਲੇ ਤਾਂ ਸਿਰਫ 2 ਕੁੜੀਆਂ ਬੋਲੀਆਂ, ਜੈਨੀ ਜੌਹਲ ਜੀ ਤੇ ਅਫਸਾਨਾ ਖਾਨ। ਉਹਨੂੰ ਵੀ ਘੇਰੀ ਫਿਰਦੇ, ਉਹਨਾਂ ਨੂੰ ਵੀ ਕਹਿੰਦਾ ਕਿ ਉਹਨਾਂ ਨੂੰ ਨੋਟਿਸ ਕੱਢੀ ਜਾਂਦੇ, ਉਹਨਾਂ ਨੂੰ NIA ਨੋਟਿਸ ਕੱਢੀ ਜਾਂਦੀ। ਇਸ ਕਰਕੇ ਮੈਂ ਸਮਝਦਾ ਕਿ ਉਹਦੀ ਜਿਹੜੀ ਦੁਖੀ ਆਤਮਾ ਉਹ ਬੋਲਦੀ ਹੈ, ਹੋਰ ਨਹੀਂ ਕੋਈ। ਤੇ ਹੁਣ ਆਪਾਂ ਗੱਲ ਕਰੀਏ ਜੀ, ਕਹਿੰਦੇ ਬਹੁਤ ਮੰਗ ਸੀ ਪੰਜਾਬ ਦੇ ਵਿੱਚ ਜਾਂ ਸਿੱਖ ਸਭਾ ਦੇ ਵਿੱਚ ਕਿ ਰਾਏ ਬੁਲਾਰ ਜੀ ਦੀ ਜਿਹੜੀ ਤਸਵੀਰ ਜਾਂ ਉਹਨਾਂ ਦਾ ਪਰਿਵਾਰ ਹੈ, ਉਹਨਾਂ ਨੂੰ ਹਰਮੰਦਰ ਸਾਹਿਬ ਦੇ ਵਿੱਚ ਤਸਵੀਰ ਲਾਈ ਜਾਵੇ ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਸੱਦ ਕੇ ਉੱਥੇ ਸਨਮਾਨਿਤ ਕੀਤਾ ਜਾਵੇ। ਕਹਿੰਦੇ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਜਿਹੜੀ 19ਵੀਂ ਪੀੜ੍ਹੀ ਹੈ, ਉਹਨਾਂ ਦੇ ਜਿਹੜੇ ਵੰਜਿਸ਼ ਨੇ, ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਕਿੱਥੇ ਕੀਤਾ ਗਿਆ? ਦੇਖੋ, ਸਾਕਾ ਨਨਕਾਣਾ ਸਾਹਿਬ ਜੀ, ਸਾਕਾ ਨਨਕਾਣਾ ਸਾਹਿਬ ਦੇ 100 ਵਰ੍ਹੇ ਪੂਰੇ ਹੋਏ ਹੈ, ਔਰ ਉਸ ਦਿਨ ਨੂੰ ਯਾਦ ਕਰਨ ਵਾਸਤੇ, ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਜੀ ਸਾਡੇ ਸਿੱਖ ਜਥੇ ਜਿਹੜੇ ਹੈਗੇ ਆ ਉਹ ਗਏ ਸੀ ਪਾਕਿਸਤਾਨ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਵੀ ਉਚੇਚੇ ਤੌਰ ਤੇ ਗਏ ਸੀ ਜੀ। ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਭਾਈ ਹਰਪ੍ਰੀਤ ਸਿੰਘ ਹੋਣੀ ਵੀ ਗਏ ਸੀ। ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਸਿੱਖ ਸਿਧਾਂਤ ਨਾਲ ਜੁੜੇ ਹੋਏ ਉਹ ਉੱਥੇ ਗਏ ਸੀ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਜੀ।
ਉੱਥੇ ਉਹਨਾਂ ਨੇ ਜੀ ਰਾਏ ਬੁਲਾਰ, ਇਹ ਜਦੋਂ ਆਪਾਂ ਰਾਏ ਬੁਲਾਰ ਦੀ ਗੱਲ ਕਰਦੇ ਹਾਂ, ਕੌਣ ਹੈ ਰਾਏ ਬੁਲਾਰ? ਰਾਏ ਬੁਲਾਰ ਉਹ ਸ਼ਖਸ ਸੀ ਜਿਹੜੇ ਸ਼ਖਸ ਨੇ ਬਾਬਾ ਗੁਰੂ ਨਾਨਕ ਦੇਵ ਸਾਹਿਬ ਦੀ ਜੀ ਜਿਹੜੀ ਪਰਤਵਾਸੀ ਬਾਬਾ ਗੁਰੂ ਨਾਨਕ ਦੇਵ ਦਾ ਜਿਹੜੀ ਉਹਨਾਂ ਦਾ ਜਲਾਓ ਸੀ, ਉਹ ਜਲਾਓ ਦੀ ਸਭ ਤੋਂ ਪਹਿਲਾਂ ਪਛਾਣ ਉਹਨਾਂ ਨੇ ਕੀਤੀ ਸੀ ਜੀ। ਆਪਾਂ ਸੁਣਦੇ ਹੁੰਦੇ ਆ ਨਾ ਕਿ ਗੁਰੂ ਨਾਨਕ ਸਾਹਿਬ ਆਪਣੀਆਂ ਪਸ਼ੂ ਚਰਾਉਣ ਵਾਸਤੇ ਗਏ ਸੀ ਜੀ। ਉਹਨਾਂ ਨੇ ਕਿਤੇ ਜਦੋਂ ਪਸ਼ੂਆਂ ਨੇ ਨੁਕਸਾਨ ਕਰਤਾ ਕਿਸੇ ਦਾ, ਕਿਸੇ ਦੀ ਫਸਲ ਵਗੈਰਾ ਉਜਾੜਤੀ, ਤੇ ਬੰਦਾ ਫਸਲ ਉਜਾੜਨ ਵਾਲਾ ਆ ਕੇ ਅਲੰਬਾ ਦਿੰਦਾ ਹੈ ਜੀ ਗੁਰੂ ਜੀ ਦੇ ਪਿਤਾ ਜੀ ਨੂੰ, ਮਹਿਤਾ ਕਾਲੂ ਨਾਥ ਕਾਲੂ ਰਾਮ ਸੀ ਮੇਰਾ ਖਿਆਲ, ਕਿ ਜੀ ਆਹ ਦੇਖੋ ਤੁਹਾਡੇ ਮੁੰਡੇ ਨੇ ਨੁਕਸਾਨ ਕਰਤਾ, ਤੇ ਪਿਤਾ ਆਪਣੇ ਪੁੱਤਰ ਦੇ ਖਿਲਾਫ ਔਖਾ ਭਾਰਾ ਹੁੰਦਾ ਹੈ। ਤੇ ਰਾਏ ਬੁਲਾਰ ਨੇ ਕਿਹਾ ਨਾ ਜੀ, ਨਾ 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 ਜੀ, ਤੁਸੀਂ ਇਹ ਗੱਲ ਨਾ ਕਰੋ ਜੀ, ਦੀਵਾਨ ਸਾਹਿਬ ਇਹ ਗੱਲ ਨਾ ਕਰੋ, ਜਾਂ ਜੋ ਵੀ ਉਹਨਾਂ ਦਾ ਸੀ ਉਸ ਵੇਲੇ, ਕੀ ਗੱਲ ਕਰ, ਤੁਹਾਨੂੰ ਤਾਂ ਪਤਾ ਹੀ ਨਹੀਂ, ਇਹਨੂੰ ਸਧਾਰਨ ਬੱਚਾ ਨਾ ਸਮਝੋ। ਇਹਦਾ ਬਹੁਤ ਪਹੁੰਚੀ ਹੋਈ ਸ਼ਖਸੀਅਤ ਹੈ, ਕਿਉਂਕਿ ਕਹਿੰਦੇ ਉਹਨਾਂ ਨੇ ਉਸ ਵੇਲੇ ਦੇਖ ਲਿਆ ਸੀ ਕਿ ਗੁਰੂ ਸਾਹਿਬ ਜਦੋਂ ਸੁੱਤੇ ਪਏ ਸੀ, ਕਿ ਨੀਂਦ ਲੱਗ ਗਈ ਜੀ, ਤੇ ਉਸ ਵੇਲੇ ਇੱਕ ਸੱਪ ਨੇ ਉਹਨਾਂ ਨੂੰ ਜਿਹੜੀ ਹੈਗੀ ਉਹ ਆਪਣੇ ਕੀ ਇਹਨੂੰ ਕਹਾਂਗੇ ਆਪਾਂ, ਛਜਲੀ ਦੇ ਨਾਲ ਉਹਨਾਂ ਨੂੰ ਛਾਂ ਦਿੱਤੀ ਸੀ, ਔਰ ਉਹਨੇ ਕਿਹਾ ਛੱਡੋ ਤੁਸੀਂ ਇਸ ਗੱਲ ਨੂੰ ਛੱਡੋ। ਤੇ ਦਾਨੇ ਵਾਲੀਆ ਸਾਹਿਬ ਜੀ ਹਜ਼ਾਰਾਂ ਏਕੜ ਜ਼ਮੀਨ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਦਾਨ ਕਰਤੀ ਸੀ। ਹੁਣ ਉਹ ਪਰਿਵਾਰ ਹੈ, ਉਹ ਪਰਿਵਾਰ ਜਿਹੜਾ ਹੈਗਾ ਜੀ, ਉਹ ਪਰਿਵਾਰ ਜਿਹੜਾ ਹੈ ਉਹਨਾਂ ਨੇ ਬੜੇ ਯਤਨ ਕੀਤੇ ਜੀ ਕਿ ਉਹ ਭਾਰਤ ਦੇ ਵਿੱਚ ਆ ਜਾਣ। ਭਾਰਤ ਕਾਹਦੇ ਵਾਸਤੇ ਆ ਜਾਣ? ਆਪਣੇ ਪੁਰਖਿਆਂ ਨੂੰ ਅਕੀਦਤ ਭੇਟ ਕਰਨ ਵਾਸਤੇ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਕਈ ਵਾਰੀ ਸੱਦੇ ਦਿੱਤੇ ਹੈ, ਲੇਕਿਨ ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਜੀ। ਪਿਛਲੀ ਵਾਰੀ ਜਦੋਂ ਬਾਬਾ ਨਾਨਕ ਦਾ ਪ੍ਰਕਾਸ਼ ਪੁਰਬ ਸੀ, ਮੈਨੂੰ ਵੀ ਉਸ ਪਰਿਵਾਰ ਦੇ 2-3 ਬੰਦਿਆਂ ਨੂੰ ਮਿਲਣ ਦਾ ਮੌਕਾ ਮਿਲਿਆ ਜੀ। ਆਪਣੇ ਨੀਲ ਭਲਿੰਦਰ ਉਹਨਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ ਸੀ, ਇਹਨਾਂ ਨੇ ਇੰਟਰਵਿਊ ਵੀ ਕੀਤੀ ਸੀ ਜੀ ਜੀ। ਉਦੋਂ ਵੀ ਉਹਨਾਂ ਨੇ ਕਿਹਾ ਸੀ ਯਾਰ ਵੀ ਘੱਟੋ ਘੱਟ ਸਾਨੂੰ ਜਾ ਕੇ ਦਰਬਾਰ ਸਾਹਿਬ ਮੱਥਾ ਟੇਕਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ, ਸਾਨੂੰ ਉਹ ਵੀਜ਼ਾ ਤਾਂ ਦੇ ਦਿਓ। ਨਹੀਂ ਹੋਇਆ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹੈਗੇ ਆ ਜੀ, ਇਹਨਾਂ ਨੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਜੀ ਉਹ ਤਸਵੀਰ ਜਿਹੜੀ ਹੈਗੀ ਜੀ ਉਹ ਲਾਤੀ। ਅੱਛਾ ਜੀ। ਆਪਣੇ ਸਿੱਖ ਅਜਾਇਬ ਘਰ ਜਿਹੜੀ ਉਹਨਾਂ ਦੀ ਬਣਦੀ ਜਗ੍ਹਾ ਸੀ ਉਹਨਾਂ ਨੂੰ ਦਿੱਤੀ, ਔਰ ਜਿਹੜੀ ਉਹ ਤਸਵੀਰ ਲਾਤੀ ਤੇ ਉਸ ਤਸਵੀਰ ਦੇ ਸੰਬੰਧ ਵਿੱਚ ਫੰਕਸ਼ਨ ਕੀਤਾ ਸੀ, ਤੇ ਉਸ ਫੰਕਸ਼ਨ ਦੇ ਉੱਤੇ ਵੀ ਜੀ ਭੱਟੀ ਸਾਹਿਬ ਦੇ ਜਿਹੜੇ ਹੈਗੇ ਆ ਵੰਸ਼ਜ ਜੀ ਉਹਨਾਂ ਨੂੰ ਬੁਲਾਇਆ ਸੀ। ਉਹਨਾਂ ਦੇ ਵਿੱਚੋਂ ਸਲੀਮ ਭੱਟੀ ਉਹਨਾਂ ਨੂੰ ਸੱਦਿਆ ਸੀ। ਉਹ ਹਾਈ ਕੋਰਟ, ਲਾਹੌਰ ਹਾਈ ਕੋਰਟ ਦੇ ਵਕੀਲ ਹੈ ਜੀ, ਲੇਕਿਨ ਸਾਡੀ ਸਰਕਾਰ ਨੇ ਵੀਜ਼ਾ ਨਹੀਂ ਦਿੱਤਾ। ਠੀਕ ਹੈ। ਹੁਣ ਕਿਉਂਕਿ ਉਸ ਪਰਿਵਾਰ ਦਾ ਗੁਰੂ ਸਾਹਿਬ ਦੇ ਨਾਲ ਸਨੇਹ ਕਿੰਨੇ, ਨਨਕਾਣਾ ਸਾਹਿਬ ਜਿੱਥੇ ਅੱਜ ਬਣਿਆ ਹੋਇਆ ਗੁਰੂ ਘਰ, ਇਹ ਵੀ ਤਾਂ ਉਹਨਾਂ ਦੀ ਜ਼ਮੀਨ 'ਚ ਬਣਿਆ ਹੋਇਆ। ਮੈਂ ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਕੀਤਾ ਜੀ। ਇਹਨਾਂ ਨੇ ਸਰੋਪਾ ਪਾ ਕੇ ਤੇ ਸ੍ਰੀ ਸਾਹਿਬ ਪੇਂਟ ਕਰਕੇ ਜਿਹੜਾ ਹੈਗਾ ਸਲੀਮ ਭੱਟੀ ਨੂੰ ਜੀ ਉਹਨਾਂ ਨੇ ਜੀ ਜਿਹੜੇ ਉਹਨਾਂ ਦੇ ਪੁਰਖਿਆਂ ਦੀ ਜਿਹੜੀ ਦੇਣ ਹੈ, ਉਸ ਦੇਣ ਨੂੰ ਜਿਹੜੀ ਹੈਗੀ ਆ ਅਕੀਦਤ ਭੇਟ ਕੀਤੀ ਜੀ। ਔਰ ਇਹ ਬਹੁਤ ਵਧੀਆ ਗੱਲ ਹੋਣੀ ਚਾਹੀਦੀ ਹੈ। ਔਰ ਭਾਰਤ ਸਰਕਾਰ ਨੂੰ ਵੀ ਚਾਹੀਦਾ ਵੀ ਘੱਟੋ ਘੱਟ ਅਜਿਹੇ ਪਰਿਵਾਰਾਂ ਨੂੰ ਤਾਂ ਵੀਜ਼ਾ ਦੇ ਦੇਣਾ ਚਾਹੀਦਾ, ਕਿਉਂਕਿ ਇਹ ਪੀਪਲ ਟੂ ਪੀਪਲ ਜਿਹੜੇ ਹੈ ਨਾ ਕੰਟੈਕਟ ਹੈ, ਇਹਦੇ ਵਿੱਚ ਹੀ ਦੋਸਤੀ ਵਧਣੀ ਹੈ। ਉਹ ਕੋਈ ਅੱਤਵਾਦੀ ਨਹੀਂ, ਕੋਈ ਇਸ ਕਿਸਮ ਦੇ ਲੋਕ ਨਹੀਂ, ਕੋਈ ਉਹ ISI ਦੇ ਏਜੰਟ ਨਹੀਂ। ਉਹਨਾਂ ਦਾ ਗੁਰੂ ਸਾਹਿਬ ਦੇ ਨਾਲ ਬੜਾ ਨੇੜਲਾ ਜਿਹੜਾ ਹੈਗਾ ਸਨੇਹ ਹੈ। ਉਹਨਾਂ ਨੂੰ ਜ਼ਰੂਰ ਜਿਹੜਾ ਹੈਗਾ ਉਹ ਵੀਜ਼ਾ ਦੇਣਾ ਚਾਹੀਦਾ। ਗਾਹੇ ਵਗਾਹੇ ਜੇ ਅਸੀਂ ਜਾਂਦੇ ਹਾਂ, ਸਾਨੂੰ ਪਾਕਿਸਤਾਨ ਵਾਲਾ ਦੂਤ ਕਰ ਦੇ ਦਿੰਦਾ ਹੈ, ਵੀਜ਼ਾ ਦੇ ਦਿੰਦਾ। ਹੁਣ ਕਿੰਨੇ ਲੋਕਾਂ ਨੂੰ ਪਹਿਲਾਂ ਦਿੱਤਾ, ਹੁਣ ਦਿੱਤੇ ਜਾ ਰਹੇ ਨੇ। ਉਹਨਾਂ ਨੂੰ ਵੀ ਵੀਜ਼ੇ ਮਿਲਣੇ ਚਾਹੀਦੇ ਜੀ। ਸੋ ਸ਼ੁਕਰੀਆ ਢਿੱਲੋਂ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਅੱਗੇ ਲੈਣੇ ਹੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।